ਨਾਨਕ ਸਿੰਘ ਦਾ ਨਾਵਲ ਗੰਗਾ ਜਲੀ ਵਿੱਚ ਸ਼ਰਾਬ ਦਾ ਅੰਗ 15ਵਾਂ। ਘੁੱਪ ਹਨੇਰੇ 'ਚ ਟਟਹਿਣੀ ਦੀ ਚਮਕ ਵੀ ਸਾਨੂੰ ਲਾਲਟਨ ਜਿੰਨਾ ਚਾਨਣ ਦੇ ਜਾਂਦੀ ਹੈ। ਹੁੰਦੀ ਹੈ ਇਹ ਛਿਨ ਭੰਗਰ ਚਮਕ, ਪਰ ਫਿਰ ਇਹਦੀ ਮਦਦ ਨਾਲ ਅਸੀਂ ਆਪਣੇ ਆਲੇ ਦੁਆਲੇ ਇੱਕ ਝਾਤੀ ਤਾਂ ਮਾਰ ਹੀ ਸਕਦੇ ਹਾਂ। ਉਰਵਸ਼ੀ ਨੂੰ ਭਰਵੀਂ ਨਜ਼ਰ ਨਾਲ ਮਦਨ ਨੇ ਪਹਿਲੀ ਵਾਰ ਤੱਕਿਆ ਤੇ ਤੱਕਣ ਤੋਂ ਛੁੱਟ ਉਹਦੇ ਸਪਰਸ਼ ਨੂੰ ਵੀ ਮਹਿਸੂਸਿਆ। ਉਸ ਨਾਲ ਕੁਝ ਨਿਰਸੰਕੋਚ ਵਾਰਤਾਲਾਪ ਵੀ ਕੀਤਾ। ਉਹ ਕਿੰਨੀ ਅਨਹੋਣੀ ਘਟਨਾ ਸੀ ਮਦਨ ਲਈ ਕਿ ਜਿਸ ਉਰਵਸ਼ੀ ਨੂੰ ਉਹ ਪੱਥਰ ਤੋਂ ਵੀ ਕਠੋਰ ਸਮਝਦਾ ਸੀ, ਉਸ ਵਿੱਚ ਇੱਕਦਮ ਇੰਨੀ ਲਚਕ। ਉਰਵਸ਼ੀ ਦੇ ਚਲੇ ਜਾਣ ਤੋਂ ਬਾਅਦ ਵੀ ਉਹਨੂੰ ਜਾਪਦਾ ਜਿਵੇਂ ਅਜੇ ਤੀਕ ਉਸ ਦੇ ਕਮਰੇ 'ਚ ਮੌਜੂਦ ਹੈ ਤੇ ਉਹਦੇ ਮੱਥੇ ਤੇ ਉਹਦਾ ਕੋਮਲ ਹੱਥ ਫਿਰ ਰਿਹਾ। ਉਹ ਬਰਾਬਰ ਸੋਚੀ ਜਾ ਰਿਹਾ ਸੀ, ਪਰ ਇਸ ਅਚਾਨਕ ਮਿਹਰਬਾਨੀ ਦਾ ਕਾਰਨ ਇੱਕਦਮ ਉਹਨੂੰ ਵਰਤਾਓ ਵਿੱਚ ਇੱਕ ਪਰਿਵਰਤਨ, ਇਹ ਕੀ ਬੁਝਾਰਤ ਹੈ। ਮਦਨ ਜਿਉਂ-ਜਿਉਂ ਇਸ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ, ਗੁੱਥੀ ਸਗੋਂ ਉਲਝਦੀ ਜਾਂਦੀ। ਇਸ ਮੁਲਾਕਾਤ ਦਾ ਮੁੱਢ ਮਦਨ ਲਈ ਜਿੰਨਾ ਉਤਸ਼ਾਹ ਭਰਪੂਰ ਤੇ ਸੁਖਦਾਈ ਸੀ, ਓਨਾ ਹੀ ਇਹਦਾ ਛੇਕੜ ਉਹਨੂੰ ਕਸ਼ਟਮਈ ਜਾਪਿਆ। ਜਦ ਉਰਵਸ਼ੀ ਨੂੰ ਉਸ ਵੇਲੇ ਮਾਂ ਦੀ ਆਵਾਜ਼ ਨੇ ਉਹਦੀਆਂ ਅੱਖਾਂ ਅੱਗੋਂ ਹਟਾ ਦਿੱਤਾ, ਜਦ ਉਹ ਦਿਲ ਦੇ ਭੇਦਾਂ ਨੂੰ ਖੋਲ੍ਹਣ ਵਾਲਾ ਸੀ, ਅਥਵਾ ਉਰਵਸ਼ੀ ਦੇ ਦਿਲ ਦੀ ਕਿਤਾਬ ਦਾ ਟਾਈਟਲ ਚੁੱਕਣ ਹੀ ਲੱਗਾ ਸੀ ਕਿ ਇੱਕ ਬਹੁਤ ਵੱਡੀ ਹਸਰਤ ਸੀ ਜਿਹਨੇ ਉਹ ਰਾਤ ਮਦਨ ਲਈ ਇੰਨੀ ਲੰਮੀ ਕਰਤੀ। ਮਾਂ ਨੂੰ ਪਲਾਂ ਨੇ ਪਹਿਰਾਂ ਦਾ ਰੂਪ ਧਾਰ ਲਿਆ। ਫਿਰ ਵੀ ਉਹਨੂੰ ਇੰਨੀ ਤਸੱਲੀ ਤਾਂ ਹੋ ਗਈ ਕਿ ਉਰਵਸ਼ੀ ਉਸ ਵੱਲੋਂ ਲਾਪਰਵਾਹ ਨਹੀਂ। ਬੇਸ਼ੱਕ ਮਦਨ ਦੇ ਹਨੇਰੇ ਜੀਵਨ 'ਚ ਇਹ ਇੱਕ ਚਮਕ ਹੀ ਸੀ, ਪਰ ਮਸੇ ਟਟਹਿਣੀ ਦੀ ਚਮਕ ਜਿੰਨੀ ਜਿਹੜੀ ਇੱਕੋ ਵਾਰੀ ਉਹਦੇ ਲਾਗ ਪਾਸ ਦੇ ਹਨੇਰੇ 'ਚ ਧੁੰਦਲੀ ਜਿਹੀ ਰੌਸ਼ਨੀ ਪੈਦਾ ਕਰਕੇ ਖਤਮ ਹੋ ਗਈ। ਇਸ ਤੋਂ ਬਾਅਦ ਜਿਉਂ-ਜਿਉਂ ਇਸ ਰੌਸ਼ਨੀ ਨੂੰ ਦੁਬਾਰਾ ਵੇਖਣ ਲਈ ਮਦਨ ਦੀ ਇੱਛਾ ਵੱਧਦੀ ਗਈ, ਤਿਉਂ-ਤਿਉਂ ਉਹਦੇ ਦੁਆਲੇ ਪਸਰਿਆ ਹੋਇਆ ਹਨੇਰਾ ਸਗੋਂ ਹੋਰ ਸੰਘਣਾ ਹੁੰਦਾ ਗਿਆ। ਉਰਵਸ਼ੀ ਜਿਸ ਤਰ੍ਹਾਂ ਪਹਿਲਾਂ ਪੱਥਰ ਦੀ ਮੂਰਤ ਸੀ, ਉਸੇ ਤਰ੍ਹਾਂ ਫੇਰ ਬਣ ਗਈ। ਪੜ੍ਹਾਈ ਜਾਰੀ ਸੀ। ਇਮਤਿਹਾਨਾਂ 'ਚ ਬਾਕੀ ਰਹਿੰਦੇ ਦਿਨ ਘਟਦੇ ਜਾ ਰਹੇ ਸਨ ਤੇ ਇਹਦੇ ਨਾਲ ਹੀ ਮਦਨ ਦੀ ਆਸ਼ਾ ਦਾ ਦੀਵਾ ਵੀ ਨਿੰਮਾ ਹੋਈ ਜਾਂਦਾ ਸੀ। ਉਸ ਦਿਨ ਤੋਂ ਬਾਅਦ ਫਿਰ ਕਦੀ ਵੀ ਮਦਨ ਨੂੰ ਮੌਕਾ ਨਹੀਂ ਮਿਲ ਸਕਿਆ ਉਰਵਸ਼ੀ ਨਾਲ ਗੱਲਬਾਤ ਕਰਨ ਦਾ, ਛੁੱਟ ਪੜ੍ਹਾਈ ਤੋਂ। ਤੇ ਇਦੋਂ ਵੀ ਜਿਹੜਾ ਉਸਨੂੰ ਹੈਰਾਨ ਕਰਨ ਵਾਲੀ ਗੱਲ ਹੋਈ, ਉਹ ਇਹ ਕਿ ਉਦਣ ਘੜੀ ਦੀ ਘੜੀ ਲਈ ਉਰਵਸ਼ੀ ਦੇ ਦਿਲ ਦੇ ਜੰਦਰੇ ਦਾ ਇੱਕ ਅੱਧ ਪੇਚ ਜਿਹੜਾ ਜ਼ਰਾ ਕੁ ਢਿੱਲਾ ਹੋਇਆ ਸੀ, ਉਹ ਜਿਵੇਂ ਹਮੇਸ਼ਾ ਲਈ ਕੱਸਿਆ ਗਿਆ। ਪੂਰਾ ਹਫ਼ਤਾ ਉਹ ਇੱਕ ਦੇ ਥਾਂ ਦੋ ਵੇਲੇ ਉਰਵਸ਼ੀ ਨੂੰ ਪੜ੍ਹਾਉਂਦਾ ਰਿਹਾ, ਪਰ ਮੁੜ ਕੇ ਨਾ ਕਦੀ ਉਰਵਸ਼ੀ ਦੀ ਅੱਖ ਉਹਨੇ ਆਪਣੇ ਨਾਲ ਮਿਲਦੀ ਵੇਖੀ ਤੇ ਨਾ ਹੀ ਪੜ੍ਹਾਈ ਤੋਂ ਬਿਨਾਂ ਕਦੀ ਕਿਸੇ ਹੋਰ ਮਾਮਲੇ ਉੱਤੇ ਦੋਹਾਂ ਦੀ ਜ਼ਬਾਨ ਸਾਂਝੀ ਹੋਈ। ਉਹਨੇ ਬੜਾ ਚਾਹਿਆ ਕਿ ਉਰਵਸ਼ੀ ਦੇ ਘਰ 'ਚੋਂ ਡੇਰਾ ਡੰਗਾ ਚੁੱਕ ਕੇ ਆਪਣੇ ਸ਼ਾਗਿਰਦ ਦੇ ਘਰ ਚਲਾ ਜਾਵੇ, ਪਰ ਨਹੀਂ ਜਾ ਸਕਿਆ। ਪਰ ਆਸ਼ਾ ਦੀ ਕੋਈ ਬਚੀ ਖੁਚੀ ਤੰਦ ਜੇ ਬਾਕੀ ਸੀ ਤਾਂ ਉਸ ਦਿਨ ਟੁੱਟ ਗਈ ਜਦ ਪੜ੍ਹਾਉਂਦਿਆਂ ਉਹਨੇ ਮੌਕਾ ਪਾ ਕੇ ਉਰਵਸ਼ੀ ਨੂੰ ਪੁੱਛਿਆ, ਕਿਉਂ ਉਰਵਸ਼ੀ, ਉਸ ਰਾਤ ਤੈਨੂੰ ਮਾਤਾ ਜੀ ਗੁੱਸੇ ਹੋਏ ਸੀ? ਤੇ ਉਰਵਸ਼ੀ ਨੇ ਐਸੇ ਬੇਰੁਖੇ ਢੰਗ ਨਾਲ ਜਵਾਬ ਦਿੱਤਾ ਕਿ ਮੁੜ ਉਹਨੂੰ ਤਾਂ ਕੋਈ ਆਸ਼ਾ ਰਹੀ ਨਾ ਹੀ ਪਹਿਲਾਂ ਵਰਗੀ ਤੜਪ। ਉਰਵਸ਼ੀ ਨੇ ਇੰਨਾ ਹੀ ਕਹਿ ਕੇ ਉਹਦੀ ਜ਼ਬਾਨ ਬੰਦ ਕਰਤੀ। ਮਾਸਟਰ ਜੀ, ਇਹਨਾਂ ਗੱਲਾਂ 'ਚ ਕੀ ਪਿਆ ਹੈ? ਉਰਵਸ਼ੀ ਦੇ ਸ਼ਬਦ ਮਦਨ ਨੂੰ ਕਾਫੀ ਦੁੱਖਾਵੇਂ ਜਾਪੇ ਤੇ ਇਹਨਾਂ ਨੂੰ ਉਚਾਰਨ ਦਾ ਤਰੀਕਾ ਹੋਰ ਵੀ ਬੇਦਰਦਾਨਾ। ਆਸ਼ਾ ਦਾ ਟੁੱਟਣਾ ਮਦਨ ਲਈ ਸਹਾਰੇ ਜਾਂ ਧੀਰਜ ਦਾ ਕਾਰਨ ਬਣਿਆ। ਉਹਨੂੰ ਜਿਵੇਂ ਆਪਣੇ ਅੰਦਰੋਂ ਕੋਈ ਪ੍ਰੇਰਨਾ ਮਿਲਣੀ ਸ਼ੁਰੂ ਹੋ ਗਈ। ਇਹ ਸਭ ਨਾਦਾਨੀ ਹੈ, ਮਿਰਗ ਤ੍ਰਿਸ਼ਨਾ। ਮੈਂ ਜਿਸ ਰਸਤੇ ਦਾ ਰਾਹੀ ਬਣਨ ਵਾਲਾ, ਉਹਦੇ ਅੱਗੇ ਕੰਡਿਆਂ ਦੀ ਵਾੜ ਹੈ। ਦੂਰ ਕਰ ਇਸ ਰੋਜ਼ ਦੀ ਕਿਚ-ਕਿਚ ਨੂੰ ਮਦਨ। ਤੂੰ ਇਹਨਾਂ ਖੇਡਾਂ ਦੇ ਖੇਡਣ ਲਈ ਨਹੀਂ ਬਣਿਆ। ਤੇਰੇ ਸਾਹਮਣੇ ਜ਼ਿੰਦਗੀ ਦੀ ਉੱਚੀ ਚੋਟੀ ਚਮਕ ਰਹੀ ਹੈ, ਜਿਸ ਤੇ ਪਹੁੰਚ ਕੇ ਤੂੰ ਅਮਰਤਾ ਦੀ ਪਦਵੀ ਪ੍ਰਾਪਤ ਕਰਨੀ ਹੈ। ਇਸ ਪ੍ਰੇਰਨਾ ਜਾਂ ਤਿਫਲ ਤਸੱਲੀ ਨੇ ਮਦਨ ਦੀ ਜਿਵੇਂ ਕਾਇਆ ਹੀ ਕਲਪ ਕਰ ਦਿੱਤੀ। ਜਿਉਂ-ਜਿਉਂ ਉਹਦੇ ਅੰਦਰ ਮੁਕਾਬਲੇ ਦੀ ਤਾਕਤ ਪੈਦਾ ਹੁੰਦੀ ਗਈ, ਉਰਵਸ਼ੀ ਦੇ ਖਿਆਲਾਂ ਦਾ ਜਾਲ ਉਹਦੇ ਦੁਆਲਿਓਂ ਪਤਲਾ ਪੈਂਦਾ ਗਿਆ। ਇਮਤਿਹਾਨਾਂ 'ਚ ਹੁਣ ਬਹੁਤਾ ਚਿਰ ਬਾਕੀ ਨਹੀਂ ਸੀ ਤੇ ਮਦਨ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਸੀ ਜਦੋਂ ਜ਼ਿੰਮੇਵਾਰੀ ਦੀ ਪੰਡ ਉਹਦੇ ਸਿਰ ਤੋਂ ਉਤਰੇਗੀ ਤੇ ਉਹ ਆਜ਼ਾਦ ਹੋ ਕੇ ਆਪਣੇ ਨੀਅਤ ਨਿਸ਼ਾਨੇ ਦੀ ਸੇਧੇ ਤੁਰ ਪਏਗਾ। ਉਰਵਸ਼ੀ ਨੂੰ ਹੁਣ ਉਹ ਅੱਗੇ ਵਾਂਗ ਹੀ ਪੜ੍ਹਾਉਂਦਾ ਹੈ ਤੇ ਉਰਵਸ਼ੀ ਦਾ ਉਸ ਨਾਲ ਵਰਤਾਅ ਹੁਣ ਵੀ ਇਹੋ ਜਿਹਾ ਹੈ, ਪਰ ਮਦਨ ਦੇ ਦਿਲ ਨੂੰ ਹੁਣ ਕੋਈ ਤਕਲੀਫ ਨਹੀਂ ਹੁੰਦੀ। ਉਸ ਕੋਲ ਜਿੰਨਾ ਵੀ ਵਕਤ ਹੁੰਦਾ ਹੈ, ਉਹਦਾ ਇੱਕ ਮਿੰਟ ਸਕੂਲ ਦੇ ਕੰਮ 'ਚ ਖਰਚ ਕਰ ਦਿੰਦਾ ਹੈ। ਦਿਨ ਚੜ੍ਹਦੇ ਤੋਂ ਲੈ ਕੇ ਸੁੱਤੇ ਪਏ ਤੱਕ ਬਸ ਉਹਦਾ ਕੰਮ ਸੀ ਪੜ੍ਹਾਈ ਜਾਣਾ, ਇਮਤਿਹਾਨਾਂ ਲਈ ਤਿਆਰੀ ਕਰਾਈ ਜਾਣੀ। ਸਕੂਲ ਲੱਗਣ ਤੋਂ ਪਹਿਲਾਂ 2 ਘੰਟੇ ਤੇ ਛੁੱਟੀ ਹੋਣ ਤੋਂ ਬਾਅਦ ਇੰਨਾ ਕੁ ਵਕਤ ਉਹ 10ਵੀਂ ਵਾਲੇ ਮੁੰਡਿਆਂ ਨੂੰ ਦਿੰਦਾ। ਹਿਸਟਰੀ ਤੋਂ ਛੁੱਟ ਹੋਰ ਵੀ ਜਿਨ੍ਹਾਂ ਮਜ਼ਮੂਨਾਂ 'ਚ ਕੋਈ 10ਵੀਂ ਦਾ ਮੁੰਡਾ ਕਮਜ਼ੋਰ ਹੁੰਦਾ, ਬਿਨਾਂ ਰੋਕ ਟੋਕ ਮਾਸਟਰ ਮਦਨ ਦੇ ਗੋਡੇ ਨਾਲ ਆ ਬੈਠਦਾ। ਲੱਗਦੀ ਵਾਹ ਮਦਨ ਦਾ ਇਹੋ ਯਤਨ ਹੁੰਦਾ ਕਿ ਛੁੱਟ ਸੌਣ ਤੋਂ ਬਾਕੀ ਸਾਰਾ ਵਕਤ ਉਹ ਰੁਝੇਵੇਂ 'ਚ ਬਿਤਾਵੇ।
ਸੋ ਇਸੇ ਅਨੁਸਾਰ ਉਹਨੇ ਵਰਤੋਂ ਜਾਰੀ ਰੱਖੀ। ਸ਼ੁਰੂ 'ਚ 1-2 ਡੰਗ ਉਹਨੂੰ ਰੋਟੀ ਉਰਵਸ਼ੀ ਦੇ ਘਰ ਦੀ ਹੀ ਖਾਣੀ ਪਈ ਸੀ, ਪਰ ਮਗਰੋਂ ਇਸ ਵੇਲੇ ਇਸ ਵੱਲੋਂ ਉਹਨੇ ਖਹਿੜਾ ਛੁਡਾ ਲਿਆ। ਇੱਧਰ ਕਾਫੀ ਚਿਰ ਤੋਂ ਉਹਨੇ ਕੋਈ ਪਿਕਚਰ ਨਹੀਂ ਸੀ ਦੇਖੀ, ਕਾਫੀ ਚਿਰ ਤੋਂ ਕੋਈ ਚੰਗੀ ਫਿਲਮ ਆਈ ਵੀ ਨਹੀਂ ਸੀ। ਇਨੀ ਦਿਨੀ ਹਮਰਾਹੀ ਦਾ ਸ਼ਹਿਰ 'ਚ ਬੜਾ ਚਰਚਾ ਸੀ, ਜਿਹਨੂੰ ਵੇਖਣ ਦੀ ਮਦਨ ਨੂੰ ਕਈਆਂ ਦਿਨਾਂ ਤੋਂ ਖੁਆਇਸ਼ ਸੀ। ਅੱਜ ਉਹ ਕਾਫੀ ਥੱਕਿਆ ਹੋਇਆ ਤੇ ਚਿਰਕਾ ਵਿਹਲਾ ਹੋਇਆ ਸੀ। ਸਕੂਲੋਂ ਨਿਕਲਦਿਆਂ ਹੀ ਉਹਨੇ ਟਾਕੀ ਹਾਊਸ ਵੱਲ ਰੁਖ ਕੀਤਾ। ਉਰਵਸ਼ੀ ਨੂੰ ਰਾਤ ਦੀ ਪੜ੍ਹਾਈ ਅੱਜ ਉਹ ਨਹੀਂ ਕਰਾ ਸਕਿਆ। ਹਮਰਾਹੀ ਦੀ ਕਹਾਣੀ ਦਿਲਚਸਪ ਸੀ। ਉਹਨੂੰ ਵੇਖ ਕੇ ਮਦਨ ਨੂੰ ਬੜਾ ਸਵਾਦ ਆਇਆ, ਪਰ ਜਦ ਉਹ ਪਿਕਚਰ ਵੇਖ ਕੇ ਮੁੜਿਆ ਆ ਰਿਹਾ ਸੀ, ਰਸਤੇ 'ਚ ਇੱਕ ਐਸਾ ਦ੍ਰਿਸ਼ ਉਹਨੂੰ ਦੇਖਣਾ ਪਿਆ ਜਿਹਨੇ ਫਿਲਮ ਦਾ ਸਾਰਾ ਸਵਾਦ ਹੀ ਚੌੜ ਕਰ ਦਿੱਤਾ। ਮੁੜੇ ਆਉਂਦਿਆਂ ਜਦ ਉਹ ਲੈਮਨ ਸੋਡੇ ਦੀ ਇੱਕ ਫੈਸ਼ਨੇਬਲ ਦੁਕਾਨ ਅੱਗੋਂ ਲੰਘਿਆ ਤਾਂ ਅਚਾਨਕ ਉਹਦੀ ਨਜ਼ਰ ਦੁਕਾਨ 'ਚੋਂ ਨਿਕਲੇ ਆ ਰਹੇ 3 ਗਾਹਕਾਂ ਤੇ ਪਈ, ਜਿਹੜੇ ਦੁਕਾਨ ਅੱਗੇ ਖੜੋਤੀ ਹੋਈ ਕਾਰ 'ਚ ਵਾਰੋ-ਵਾਰੀ ਚੜ੍ਹੇ ਤੇ ਫਿਰ ਵੇਖਦਿਆਂ ਇਹ ਕਾਰ ਉਹਦੀਆਂ ਅੱਖਾਂ ਤੋਂ ਓਹਲੇ ਹੋ ਗਈ। ਇਹ ਤਿੰਨੇ ਸਨ ਪ੍ਰਕਾਸ਼, ਪ੍ਰਭਾ ਦੇਵੀ ਤੇ ਉਰਵਸ਼ੀ। ਪ੍ਰਕਾਸ਼ ਤੇ ਉਰਵਸ਼ੀ ਅਗਲੀ ਸੀਟ ਤੇ ਪ੍ਰਭਾ ਦੇਵੀ ਪਿਛਲੀ ਤੇ। ਮੋਟਰ ਨੂੰ ਡਰਾਈਵ ਕਰਨ ਵਾਲਾ ਸੀ ਖੁਦ ਪ੍ਰਕਾਸ਼। ਮਦਨ ਬਿਜਲੀ ਦੀ ਤੇਜ਼ੀ ਨਾਲ ਉੱਥੋਂ ਹਟ ਕੇ ਇੱਕ ਓਹਲੇ 'ਚ ਹੋ ਗਿਆ, ਜਿੱਥੋਂ ਤੱਕਿਆ ਨਾ ਜਾ ਸਕੇ। ਉਹਦੇ ਸਾਹਮਣੇ ਜਿਵੇਂ ਆਕਾਸ਼ ਫਟ ਗਿਆ ਹੋਵੇ। ਇਦੋਂ ਵੀ ਵੱਡੀ ਚੋਟ ਜਿਹੜੀ ਉਹਦੇ ਦਿਲ ਤੇ ਵੱਜੀ ਇਹ ਸੀ ਕਿ ਉਰਵਸ਼ੀ ਦੀ ਚੀਚੀ ਉਂਗਲ 'ਚ ਇੱਕ 3 ਹੀਰਿਆਂ ਵਾਲੀ ਮੁੰਦਰੀ, ਜਿਹਨੂੰ ਵੇਖਦਿਆਂ ਹੀ ਉਹਨੇ ਪਛਾਣ ਲਿਆ। ਉਹਨੂੰ ਜਾਪਿਆ ਜਿਵੇਂ ਮੋਟਰ ਉਹਦੀ ਛਾਤੀ ਤੋਂ ਲੰਘ ਗਈ ਹੈ। ਉਹਨੂੰ ਪਤਾ ਨਹੀਂ ਸੀ ਕਿ ਸਵਾਰੀਆਂ ਨੇ ਉਸ ਵੱਲ ਤੱਕਿਆ ਜਾਂ ਨਹੀਂ, ਪਰ ਮਦਨ ਨੇ ਜੋ ਕੁਝ ਤੱਕਿਆ ਇਹ ਉਹਦੇ ਦਿਲ ਦਾ ਉਹ ਸਾਰਾ ਅਮਨ ਚੈਨ ਖੋਹ ਕੇ ਲੈ ਗਿਆ, ਜਿਹੜਾ ਪਿਛਲੇ ਦਿਨਾਂ ਦੀ ਕਠਨ ਮਿਹਨਤ ਨਾਲ ਉਹਨੇ ਆਪਣੇ ਅੰਦਰ ਇਕੱਠਾ ਕੀਤਾ ਸੀ। ਉਹ ਘਰ ਪੁੱਜਾ, ਅੰਦਰ ਵੜ ਕੇ ਉਸ ਅੰਦਰੋਂ ਕੁੰਡਾ ਅੜਾ ਲਿਆ। ਮੁੜ ਉਹਨਾਂ ਹੀ ਦਿਲ ਕੰਬਾਊ ਸੋਚਾਂ 'ਚ ਗਰਕ ਹੋ ਗਿਆ। ਕੀ ਪ੍ਰਕਾਸ਼ ਨੇ ਸੱਚਮੁੱਚ ਉਹ ਕੁਝ ਕਰ ਵਿਖਾਇਆ ਜਿਹਦਾ ਇਸ਼ਾਰਾ ਉਦਣ ਰਾਤੀ ਉਹਨੇ ਕੀਤਾ ਸੀ? ਕਿ ਉਹਨੇ ਠੀਕ ਹੀ ਕਿਹਾ ਸੀ ਕਿ ਜੇ ਮੈਂ ਅੱਜ ਮੂੰਹੋਂ ਕੱਢਾਂ ਤਾਂ ਇਹੋ ਜਿਹੀਆਂ ਕੁੜੀਆਂ ਦੇ ਮਾਪੇ ਮੇਰੇ ਮਗਰ ਪਏ ਫਿਰਨ? ਕੀ ਪ੍ਰਕਾਸ਼ ਉਰਵਸ਼ੀ ਨੂੰ ਵੀ ਤਬਾਹੀ ਦੇ ਉਸ ਗੜੇ 'ਚ ਸੁੱਟਣਾ ਚਾਹੁੰਦਾ ਜਿਸ 'ਚ ਉਸ ਬੰਗਾਲਣ ਵਰਗੀਆਂ ਭਾਗਣੀਆਂ ਜੀਵਨ ਬਿਤਾ ਰਹੀਆਂ ਹਨ? ਮਦਨ ਆਪਣੇ ਮੰਜੇ ਤੇ ਲੇਟਿਆ ਹੋਇਆ ਸੀ ਤੇ ਹੋਏ ਦ੍ਰਿਸ਼ ਦੀ ਕਲਪਨਾ ਜਿਵੇਂ ਕੋਈ ਅੱਗ ਦੀ ਕੰਧ ਬਣ ਕੇ ਉਹਦੀਆਂ ਅੱਖਾਂ ਅੱਗੇ ਮੱਘ ਰਹੀ ਸੀ, ਜਿਸ ਦੇ ਸੇਕ ਨਾਲ ਉਹਦੀਆਂ ਅੱਖਾਂ ਸੜ ਰਹੀਆਂ ਸਨ। ਉਹਦਾ ਦਿਲ ਸੜ ਰਿਹਾ ਸੀ ਤੇ ਉਹਦੇ ਖਿਆਲ ਵੀ ਸੜ ਰਹੇ ਸਨ। ਆਪਣੇ ਚੌਂਈ ਪਾਸੀਂ ਉਹਨੂੰ ਅੱਗ ਦੇ ਅਲੰਬੇ ਉੱਠਦੇ ਦਿਖਾਈ ਦੇ ਰਹੇ ਸਨ, ਜਿਨ੍ਹਾਂ ਵਿੱਚੋਂ ਛਿਟਕਦੇ ਹੋਏ ਚੰਗਿਆੜੇ ਇਹੋ ਜਿਹੇ ਖਿਆਲਾਂ ਦੇ ਰੂਪ 'ਚ ਉਹਦੇ ਸਰੀਰ ਨੂੰ ਲੂਹ ਰਹੇ ਸਨ। ਉਰਵਸ਼ੀ ਦਾ ਇੱਕ ਵਾਰੀ ਫੇਰ ਮੇਰੇ ਵੱਲ ਝੁੱਕ ਕੇ ਫਿਰ ਹਮੇਸ਼ਾ ਲਈ ਹਟ ਜਾਣਾ ਕੀ ਇਸ ਨਵੇਂ ਮਿਲਾਪ ਦਾ ਫਲ ਸੀ? ਪ੍ਰਕਾਸ਼ ਸੱਚ ਹੀ ਤਾਂ ਕਹਿੰਦਾ ਸੀ ਕਿ ਏਡੇ ਵੱਡੇ ਘਰ ਦੀ ਲੜਕੀ ਕੀ ਵੇਖ ਕੇ ਮੇਰੇ ਵਰਗੇ ਨਿਰਧਨ ਉੱਤੇ ਰੀਝ ਸਕਦੀ ਸੀ? ਬੇਸ਼ੱਕ ਉਹਨੂੰ ਰਿਝਾਉਣ ਵਾਲੀ ਸ਼ਕਤੀ ਪ੍ਰਕਾਸ਼ ਕੋਲ ਹੈ ਹੀ ਹੈ ਤੇ ਉਰਵਸ਼ੀ ਉਹਦੇ ਯੋਗ ਵੀ ਹੈ, ਪਰ ਉਰਵਸ਼ੀ ਨਹੀਂ ਜਾਣਦੀ ਕਿ ਪ੍ਰਕਾਸ਼ ਦਾ ਅੰਦਰਲਾ ਰੂਪ ਕੀ ਹੈ। ਜੇ ਉਹ ਜਾਣ ਜਾਵੇ, ਜੇ ਮੈਂ ਹੀ ਉਹਨੂੰ ਪ੍ਰਕਾਸ਼ ਬਾਰੇ ਸਭ ਕੁਝ ਦੱਸ ਦਿਆਂ, ਨਹੀਂ, ਇਹ ਤਾਂ ਦੋਸਤ ਨਾਲ ਗੱਦਾਰੀ ਹੋਏਗੀ ਤੇ ਮੇਰਾ ਆਪਣਾ ਮਰਨਾਊ ਪਿਤਾ ਤੇ ਸਾਹਮਣੇ ਕੀਤਾ ਹੋਇਆ ਇਕਰਾਰ। ਪਰ ਕੀ ਮੈਂ ਅਜਗਰ ਦੇ ਪੇਟ 'ਚ ਇੱਕ ਮਾਸੂਮ ਪੰਛੀ ਨੂੰ ਜਾਂਦਿਆਂ ਵੇਖ ਕੇ ਅੱਖਾਂ ਮੀਟ ਛੱਡਾਂ? ਜਿਉਂ ਵਕਤ ਬੀਤਦਾ ਜਾ ਰਿਹਾ ਸੀ, ਮਦਨ ਦੇ ਦਿਲ ਦੀ ਪੀੜ ਵੱਧਦੀ ਜਾਂਦੀ ਸੀ। ਇਸ ਪੀੜ ਤੋਂ ਬਚਾਉਣ ਵਾਲੀ ਇਸ ਵੇਲੇ ਜੇ ਕੋਈ ਚੀਜ਼ ਸੀ, ਉਹ ਸੀ ਨੀਂਦਰ। ਪਰ ਨੀਂਦਰ ਉਹ ਕਿੱਥੋਂ ਲਿਆਵੇ? 1 ਘੰਟਾ, 2 ਘੰਟੇ, 3 ਘੰਟੇ ਬੀਤ ਗਏ, ਪਰ ਮਦਨ ਨਹੀਂ ਸੌਂ ਸਕਿਆ। ਲੰਮੇ ਪੈਣਾ ਉਸ ਲਈ ਮੁਸ਼ਕਿਲ ਹੋ ਗਿਆ। ਉੱਠ ਕੇ ਕਮਰੇ 'ਚੋਂ ਬਾਹਰ ਨਿਕਲ ਆਇਆ। ਰਾਤ ਕਾਫੀ ਜਾ ਚੁੱਕੀ ਸੀ, 11 ਕੁ ਵਜੇ ਦਾ ਵਕਤ ਹੋਏਗਾ। ਬਾਹਰ ਨਿਕਲ ਕੇ ਉਹ ਵਿਹੜੇ 'ਚ ਆਇਆ ਤੇ ਵਿਹੜੇ 'ਚੋਂ ਸੜਕ ਤੇ ਜਾ ਪਹੁੰਚਿਆ। ਉਹ ਸੜਕ ਦੇ ਇੱਕ ਸਿਰੇ ਤੋਂ ਦੂਜੇ ਤੱਕ ਫਿਰਦਾ ਹੋਇਆ ਆਪਣੀ ਤਕਲੀਫ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵੇਲੇ ਪਰਲੇ ਮੋੜ ਤੋਂ ਉਹਨੂੰ ਹਾਰਨ ਦੀ ਆਵਾਜ਼ ਸੁਣਾਈ ਦਿੱਤੀ ਤੇ ਫਿਰ ਮੋਟਰ ਕਾਰ ਦੀਆਂ 2 ਬੱਤੀਆਂ ਦਾ ਤੇਜ਼ ਚਾਨਣ ਆਪਣੇ ਵੱਲ ਆਉਂਦਾ ਦਿਸਿਆ। ਉਹਨੇ ਸੜਕ ਤੋਂ ਪਾਸੇ ਹਟ ਕੇ ਰਸਤਾ ਛੱਡ ਦਿੱਤਾ। ਮੋਟਰ ਪ੍ਰਭਾ ਦੇਵੀ ਦੇ ਬੂਹੇ ਅੱਗੇ ਜਾ ਕੇ ਰੁਕ ਗਈ, ਜਿਸ 'ਚੋਂ ਪਹਿਲਾਂ ਪ੍ਰਕਾਸ਼ ਉਤਰਿਆ। ਫਿਰ ਉਹਨੇ ਹੱਥ ਫੜ ਕੇ ਉਰਵਸ਼ੀ ਨੂੰ ਉਤਾਰਿਆ। ਪਿਛਲੀ ਸੀਟ ਤੋਂ ਪ੍ਰਭਾ ਦੇਵੀ ਵੀ ਉਤਰ ਖੜੋਤੀ। ਮਦਨ ਇੱਥੋਂ 15-20 ਕਦਮਾਂ ਦੀ ਵਿੱਥ ਤੇ ਸੀ। ਉਹਨੇ ਛਾਤੀ ਨਾਲ ਇੱਥੋਂ ਹਟ ਕੇ ਲੰਬੇ ਹੋ ਜਾਣਾ ਚਾਹਿਆ, ਉਹਨੇ ਛੇਤੀ ਨਾਲ, ਪਰ ਪ੍ਰਕਾਸ਼ ਜਿਹਨੇ ਸੀਟ ਤੇ ਬੈਠਦੇ ਹੀ ਉਹਨੂੰ ਤੱਕ ਲਿਆ ਸੀ, ਖੜਕਵੀਂ ਆਵਾਜ਼ 'ਚ ਬੋਲਿਆ, ਇਹ ਕੀ ਗੱਲ ਹੈ ਮਾਸਟਰ? ਬੜੀ ਚਹਿਲ ਕਦਮੀ ਹੋਣ ਡਈ ਹੈ ਅੱਜ। ਮਦਨ ਨੂੰ ਮਜਬੂਰਨ ਉਹਨਾਂ ਤਿੰਨਾਂ ਦੇ ਕੋਲ ਆਉਣਾ ਪਿਆ। ਜਿਸ ਢੰਗ ਨਾਲ ਪ੍ਰਕਾਸ਼ ਨੇ ਅੱਜ ਉਹਨੂੰ ਬੁਲਾਇਆ ਸੀ, ਇਸ ਵਿੱਚੋਂ ਮਦਨ ਨੂੰ ਸਾਫ਼ ਲੱਭਿਆ ਜਿਵੇਂ ਪ੍ਰਕਾਸ਼ ਆਪਣੀ ਸ਼ਾਨਦਾਰ ਜਿੱਤ ਵੱਲ
ਉਹਦਾ ਧਿਆਨ ਦਿਵਾਉਂਦਾ ਹੋਇਆ ਕਹਿ ਰਿਹਾ, ਵੇਖ ਕੀ ਮੈਂ ਤੈਨੂੰ ਗਲਤ ਕਹਿੰਦਾ ਸੀ। ਪ੍ਰਕਾਸ਼ ਦੇ ਜਵਾਬ 'ਚ ਮਦਨ ਕੁਝ ਕਹਿੰਦਾ ਇਹ ਤੋਂ ਪਹਿਲਾਂ ਹੀ ਪ੍ਰਭਾ ਦੇਵੀ ਬੋਲ ਪਈ, ਅਸੀਂ ਮਾਸਟਰ ਹੋਰਾਂ ਨੂੰ ਉਰਵਸ਼ੀ ਦਾ ਪ੍ਰਾਈਵੇਟ ਟੀਚਰ ਲਾ ਲਿਆ ਹੈ, ਸਾਡੇ ਹੀ ਮਕਾਨ 'ਚ ਰਹਿੰਦੇ ਨੇ ਅੱਜ ਕੱਲ੍ਹ। ਅੱਛਾ, ਪ੍ਰਕਾਸ਼ ਨੇ ਵਿਅੰਗ ਭਰੇ ਲਹਿਜੇ 'ਚ ਕਿਹਾ, ਤਾਂ ਤੇ ਬੜੀ ਖੁਸ਼ੀ ਦੀ ਗੱਲ ਹੈ। ਮਦਨ ਦਾ ਦਿਲ ਅੱਗੇ ਕਬਾਬ ਵਾਂਗ ਭੁੱਜ ਰਿਹਾ ਸੀ। ਉੱਤੋਂ ਪ੍ਰਭਾ ਦੇਵੀ ਦੇ ਇਹ ਨਿਰਾਦਰ ਭਰੇ ਵਾਕ ਸੁਣ ਕੇ ਹੋਰ ਵੀ ਝੁਲਸ ਗਿਆ। ਇਹ ਤੋਂ ਛੁੱਟ ਪ੍ਰਕਾਸ਼ ਨੂੰ ਵੀ ਅੱਜ ਉਹਨੇ ਦੋਸਤਾਨਾ ਨਹੀਂ ਹਾਕਮਾਨਾ ਸੁਰ ਤਾਲ ਵਿੱਚ ਤਾਨ ਰੜਦਿਆਂ ਵੇਖਿਆ। ਕਿੱਥੇ ਤਾਂ ਇਹ ਹਾਲ ਕਿ ਦੂਰੋਂ ਵੇਖਦਿਆਂ ਘੁੱਟ ਕੇ ਜੱਫੀ ਪਾ ਲੈਣੀ, ਕਿੱਥੇ ਅੱਜ ਇਹ ਸਰਦ ਮੇਰੀ ਕਿ ਦੂਰੋਂ ਉਪਰਿਆਂ ਵਾਂਗੂ ਆਵਾਜ਼ ਦੇ ਛੱਡੀ ਤੇ ਬਸ। ਆਪਣੇ ਆਪ ਨੂੰ ਸੰਭਾਲਣਾ ਉਸ ਵੇਲੇ ਮਦਨ ਲਈ ਔਖਾ ਹੋ ਰਿਹਾ ਸੀ। ਨਿਰਾਦਰ ਦੀ ਇਸ ਚੋਟ ਨੇ ਉਹਦੀ ਹੋਸ਼ ਤੇ ਬੇਹੋਸ਼ੀ ਨੂੰ ਆਪੋ ਵਿੱਚ ਜਿਵੇਂ ਰਲਾ ਦਿੱਤਾ। ਕਾਠ ਦਾ ਬੁੱਤ ਜਿਹਾ ਬਣਿਆ ਉਹ ਜਿਵੇਂ ਖੜਾ ਹੀ ਰਹਿ ਗਿਆ। ਇੱਥੋਂ ਤੱਕ ਕਿ ਪ੍ਰਕਾਸ਼ ਦੇ ਉੱਤਰ ਵਿੱਚ ਉਹਨੂੰ ਰਿਵਾਜ਼ੀ ਤੌਰ ਤੇ ਜੋ ਕੁਝ ਕਹਿਣਾ ਬਣਦਾ ਸੀ ਇਹਦਾ ਵੀ ਉਹਨੂੰ ਚੇਤਾ ਭੁੱਲ ਗਿਆ। ਪ੍ਰਭਾ ਦੇਵੀ ਤੇ ਪ੍ਰਕਾਸ਼ ਜਦ ਅੱਗੜ ਪਿੱਛੜ ਮਕਾਨ ਦੇ ਦਰਵਾਜ਼ੇ ਵੱਲ ਤੁਰ ਪਏ, ਬਿਨਾਂ ਮਦਨ ਵੱਲ ਤੱਕਿਆਂ ਤਾਂ ਉਰਵਸ਼ੀ ਨੂੰ ਉੱਥੇ ਹੀ ਖੜੀ ਵੇਖ ਕੇ ਉਹਨਾਂ ਨੂੰ ਰੁਕਣਾ ਪਿਆ। ਉਰਵਸ਼ੀ ਇਸ ਵੇਲੇ ਸਾੜੀ ਦੇ ਵੱਟਾਂ ਨੂੰ ਠੀਕ ਕਰ ਰਹੀ ਸੀ ਤੇ ਇਸ ਰੁਝਾਵੇਂ ਵਿੱਚ ਮਦਨ ਵੱਲ ਤੱਕ ਕੇ ਬੋਲੀ, ਮਾਸਟਰ ਜੀ, ਅੱਜ ਤੇ ਸੱਚਮੁੱਚ ਤੁਹਾਡੀ ਵੇਖਣ ਵਾਲੀ ਪਿਕਚਰ ਸੀ। ਕਦੇ ਤੁਸੀਂ ਨਾਲ ਹੁੰਦੇ ਤਾਂ ਕਿੰਨਾ ਸਵਾਦ ਆਉਂਦਾ। ਪ੍ਰਕਾਸ਼ ਨਾਲੋਂ ਬਹੁਤਾ ਰੰਜ ਉਹਨੂੰ ਉਰਵਸ਼ੀ ਉੱਤੇ ਹੋ ਰਿਹਾ ਸੀ। ਉਹ ਸੋਚਦਾ, ਕਿੰਨੀ ਚਲਾਕ ਹੈ ਕੁੜੀ, ਜਿਹਨੂੰ ਮੈਂ ਭੋਲੀ ਕਬੂਤਰੀ ਸਮਝਦਾ ਸੀ, ਅੱਜ ਪਤਾ ਲੱਗਾ ਇਹ ਤਾਂ ਲੂੰਬੜੀ ਨਾਲੋਂ ਵੀ ਵੱਧ ਮੱਕਾਰ ਹੈ। ਮੇਰੇ ਸਾਹਮਣੇ ਹੁੰਦਿਆਂ ਤਾਂ ਇਸ ਉੱਤੇ 7 ਘੜੇ ਪਾਣੀ ਪੈ ਜਾਂਦਾ, ਪਰ ਅੱਜ ਪ੍ਰਕਾਸ਼ ਦੀ ਬਗਲ 'ਚ ਬੈਠ ਕੇ ਕਿੰਨੀ ਖੁਸ਼ ਹੈ। ਫਿਰ ਸਾਰੇ ਪਾਸੇ ਰੱਖਣੇ ਵੀ ਖੂਬ ਜਾਣਦੀ ਹੈ। ਤੁਸੀਂ ਨਾਲ ਹੁੰਦੇ ਤਾਂ ਜਿੱਕਣ ਮੇਰੇ ਨਾਲ ਹੋਏ ਬਗੈਰ ਇਹਦੇ ਗਲੇ 'ਚੋਂ ਪਾਣੀ ਦਾ ਘੁੱਟ ਹੀ ਨਹੀਂ ਨਿਕਲਦਾ। ਇਸ ਤੋਂ ਛੁੱਟ ਇੱਕ ਹੋਰ ਖਿਆਲ ਨੇ ਮਦਨ ਦੇ ਦਿਲ ਦੀ ਧੁਖਦੀ ਅੱਗ ਲਈ ਪੱਖੀ ਦਾ ਕੰਮ ਕੀਤਾ। ਅੱਜ ਪਤਾ ਲੱਗਾ ਮੈਨੂੰ ਆਪਣੇ ਮਕਾਨ 'ਤੇ ਲਿਆਉਣ ਤੋਂ ਇਹਨਾਂ ਮਾਵਾਂ ਧੀਆਂ ਦਾ ਕੀ ਮਨੋਰਥ ਸੀ। ਅਸਲ 'ਚ ਇਸ ਨਵੇਂ ਵਿਹਾਜੂ ਉੱਤੇ ਆਪਣੀ ਅਮੀਰੀ ਦਾ ਰੋਹਬ ਜਮਾਉਣਾ ਚਾਹੁੰਦੀਆਂ ਸੀ ਕਿ ਉਹਨਾਂ ਨੇ ਪੜ੍ਹਾਈ ਲਈ ਇੱਕ ਪ੍ਰਾਈਵੇਟ ਟੀਚਰ ਵੀ ਰੱਖਿਆ ਹੋਇਆ ਜਿਹੜਾ ਉਹਨਾਂ ਦੀ ਤਨਖਾਹ 'ਤੇ ਪਲਦਾ ਹੈ ਤੇ ਉਹਨਾਂ ਦੇ ਹੀ ਮਕਾਨ 'ਚ ਰਹਿੰਦਾ ਹੈ। ਮਕਾਨ ਅੰਦਰ ਪਹੁੰਚ ਕੇ ਤਿੰਨੋਂ ਅੱਗੜ ਪਿੱਛੜ ਪੌੜੀਆਂ ਚੜ੍ਹਨ ਲੱਗੇ। ਸਭ ਤੋਂ ਪਿੱਛੇ ਉਰਵਸ਼ੀ ਸੀ, ਜਿਹੜੀ ਪਹਿਲੀ ਪੌੜੀ 'ਤੇ ਹੀ ਰੁਕ ਕੇ ਮਦਨ ਵੱਲ ਤੱਕ ਕੇ ਪੁਕਾਰੀ, ਮਾਸਟਰ ਜੀ। ਮਦਨ ਜਾਂਦਾ ਜਾਂਦਾ ਖੜੋ ਗਿਆ। ਉਰਵਸ਼ੀ ਫੇਰ ਪੁਕਾਰੀ, ਤੁਸੀਂ ਕਿੱਧਰ ਟੁਰ ਪਏ? ਆਓ ਨਾ ਉੱਪਰ। ਸ਼ੁਕਰੀਆ। ਮਦਨ ਕੇਵਲ ਇੰਨਾ ਹੀ ਕਹਿ ਕੇ ਉੱਥੋਂ ਹਟ ਗਿਆ। ਉਧਰ ਉਤਲੀਆਂ ਪੌੜੀਆਂ 'ਚੋਂ 2 ਅੱਗੜ ਪਿੱਛੜ ਆਵਾਜ਼ਾਂ ਆਈਆਂ, ਆਓ ਉਰਵਸ਼ੀ ਜੀ, ਆ ਉਰਵਸ਼ੀ, ਰੋਟੀ ਨੂੰ ਦੇਰ ਹੋ ਰਹੀ ਹੈ। ਤੇ ਉਰਵਸ਼ੀ ਉਹਨਾਂ ਦੇ ਮਗਰ ਉੱਪਰ ਚੜ੍ਹ ਗਈ। ਅੰਗ 16। ਪ੍ਰਭਾ ਦੇਵੀ ਨੂੰ ਆਪਣੀ ਦੁਨੀਆ ਵਿੱਚ ਉਸ ਦਿਨ ਪਹਿਲੀ ਵਾਰ ਧੂੰਆਂ ਧੁਖਦਾ ਨਜ਼ਰ ਆਇਆ ਸੀ, ਜਿਸ ਦਿਨ ਉਹਨੇ ਮਹਿਸੂਸ ਕੀਤਾ ਕਿ ਉਰਵਸ਼ੀ ਦੇ ਧਿਆਨ ਨੂੰ ਕੋਈ ਖਿੱਚ ਰਿਹਾ ਤੇ ਉਸ ਸਾਹਮਣੇ ਇੱਕ ਨਵਾਂ ਖਤਰਾ ਉਪਸਥਿਤ ਹੋ ਗਿਆ। ਇਹ ਧੂੰਆਂ ਪਤਾ ਨਹੀਂ ਕਿਸ ਵੇਲੇ ਭਾਂਬੜ ਦੀ ਸ਼ਕਲ 'ਚ ਬਦਲ ਕੇ ਉਹਦੀਆਂ ਸਾਰੀਆਂ ਰੀਝਾਂ ਨੂੰ ਭਸਮਾਂ ਭੂਤ ਕਰ ਦੇਵੇ। ਪ੍ਰਭਾ ਦੇਵੀ ਦਾ ਇਹੋ ਖਿਆਲ ਬਣਿਆ ਹੋਇਆ ਸੀ ਕਿ ਉਰਵਸ਼ੀ ਲਈ ਕਦੀ ਕੁਝ ਵੀ ਉਹਦੀ ਮਰਜ਼ੀ ਤੋਂ ਵਿਰੁੱਧ ਨਹੀਂ ਕਰ ਸਕਦੀ। ਜਿਹੋ ਜਿਹੇ ਸੰਸਕਾਰਾਂ ਹੇਠ ਉਰਵਸ਼ੀ ਦਾ ਬਚਪਨ ਬੀਤਿਆ ਹੈ, ਉਹ ਤੋਂ ਪ੍ਰਭਾ ਦੇਵੀ ਨੂੰ ਇਹੋ ਨਿਸ਼ਚਾ ਸੀ ਕਿ ਪੁਤਲੀ ਵਾਂਗੂ ਜਿਹੋ ਜਿਹਾ ਨਾਚ ਉਹਨੂੰ ਨਚਾਉਣਾ ਚਾਹੇਗੀ ਉਰਵਸ਼ੀ ਨੱਚੀ ਜਾਏਗੀ, ਜਿਸ ਰੂਪ 'ਚ ਉਹਨੂੰ ਢਾਲਣਾ ਚਾਹੇਗੀ ਉਰਵਸ਼ੀ ਢਲਦੀ ਜਾਏਗੀ। ਪਰ ਪ੍ਰਭਾ ਦੇਵੀ ਨੂੰ ਸ਼ਾਇਦ ਇਹ ਗੱਲ ਭੁੱਲ ਗਈ ਸੀ ਕਿ ਸੰਸਕਾਰਾਂ ਤੇ ਪਾਬੰਦੀਆਂ ਦੇ ਅਸਰਾਂ ਨਾਲ ਕਿਸੇ ਦੇ ਸਰੀਰ ਨੂੰ ਤਾਂ ਮਨ ਮਰਜ਼ੀ ਦੇ ਸੰਚੇ 'ਚ ਢਾਲਿਆ ਜਾ ਸਕਦਾ, ਸਰੀਰ ਤੋਂ ਛੁੱਟ ਦਿਲ ਦਿਮਾਗ ਨੂੰ ਵੀ, ਪਰ ਜਵਾਨੀ ਤੇ ਜਵਾਨੀ ਦੇ ਵਿਕਾਸ ਨੂੰ ਨਹੀਂ। ਉਰਵਸ਼ੀ ਸਦਾ ਲਈ ਹੱਡ ਮਾਸ ਦੀ ਪੁਤਲੀ ਹੀ ਬਣੀ ਰਹੇਗੀ, ਜਿਹਨੂੰ ਮਾਂ ਦੇ ਇਸ਼ਾਰਿਆਂ ਨਾਲ ਹੀ ਚੱਲਣਾ ਹੋਏਗਾ। ਉਹਦਾ ਇਹ ਖਿਆਲ ਇੱਕ ਭੁਲੇਖਾ ਸਾਬਤ ਹੋਇਆ ਜਦ ਉਹਨੇ ਦੇਖਿਆ ਕਿ ਉਰਵਸ਼ੀ ਵਿੱਚ ਹੁਣ ਮਨ ਮਰਜ਼ੀ ਕਰਨ ਦੀ ਰੁਚੀ ਜਾਗ ਉੱਠੀ ਹੈ। ਕੰਗਾਲ ਤੋਂ ਕੰਗਾਲ ਮਾਂ ਅੰਦਰ ਵੀ ਇਹ ਸੱਧਰ ਹੁੰਦੀ ਹੈ ਕਿ ਉਹਦੀ ਬੱਚੀ ਰਾਜ ਰਾਣੀ ਬਣ ਕੇ ਪੱਟ ਦੇ ਪੰਘੂੜੇ ਝੂਟੇ, ਪਰ ਪ੍ਰਭਾ ਦੇਵੀ ਦੀ ਇਹ ਖਾਹਿਸ਼ ਤੋਂ ਵੀ ਅੱਗੇ ਵੱਧ ਕੇ ਠਰਕ ਅਥਵਾ ਖਬਤ ਜਾਂ ਸ਼ੁਦਾ ਦੀ ਹਾਲਤ ਤੱਕ ਪਹੁੰਚ ਚੁੱਕੀ ਸੀ, ਜਿਹੜੀ ਹਰ ਵੇਲੇ ਉਹਦੇ ਅੰਦਰ ਇੱਕ ਫਤੂਰ ਜਾਂ ਮਚਾਈ ਰੱਖਦੀ। ਇਸੇ ਖਬਤ ਜਾਂ ਫਤੂਰ ਦਾ ਫਲ ਰੂਪ ਉਹ ਜੂਏ ਦੇ ਦਾਅ ਉੱਤੇ ਆਪਣਾ ਸਭ ਕੁਝ ਲਾ ਦੇਣ ਦਾ ਨਿਰਣਾ ਕਰ ਚੁੱਕੀ ਹੈ। ਅੱਜ ਤੋਂ ਹੀ ਨਹੀਂ, ਉਦੋਂ ਤੋਂ ਜਦੋਂ ਉਰਵਸ਼ੀ ਅਜਿਹੀ ਦੁੱਧ ਮੂੰਹੀ ਬੱਚੀ ਸੀ। ਪਰ ਅੱਜ ਵੀ ਕੀ ਉਰਵਸ਼ੀ ਦੁੱਧ ਮੂੰਹੀ ਬੱਚੀ ਹੈ? ਪ੍ਰਭਾ ਦੇਵੀ ਜੇ ਇਹ ਸਮਝਦੀ ਹੈ ਤਾਂ ਕਹਿਣਾ ਪਏਗਾ ਕਿ ਉਹਦਾ ਸਭ ਤੋਂ ਵੱਡਾ ਭੁਲੇਖਾ ਹੈ। ਜਿਉਂ ਹੀ ਪਿਛਲੇ ਦਿਨਾਂ ਦੇ ਰੰਗ ਢੰਗ ਤੋਂ ਪ੍ਰਭਾ ਦੇਵੀ ਦਾ ਭੁਲੇਖਾ ਉਗੜਿਆ, ਨਾਲ ਹੀ ਉਹਦੀਆਂ ਅੱਖਾਂ ਵੀ ਉਗੜ ਆਈਆਂ। ਉਮੜਦੀ ਆ ਰਹੀ ਉਰਵਸ਼ੀ ਦੀ ਜੋਬਨ ਨਦੀ ਅੱਗੇ
ਉਹ ਜਿਹੜੀਆਂ ਰੇਤ ਦੀਆਂ ਬੰਨੀਆਂ ਬੰਨ੍ਹਦੀ ਆ ਰਹੀ ਸੀ, ਢਹਿੰਦੀਆਂ ਦਿਖਾਈ ਦੇਣ ਲੱਗੀਆਂ ਉਹਨੂੰ। ਮਹਿਲ ਵਰਗੇ ਘਰ ਦੀ ਬਾਰੀ, ਕੱਚੇ ਕੋਲੇ ਦਾ ਰੋਸ਼ਨਦਾਨ, ਇਹਨਾਂ ਦੋਹਾਂ ਵਿਚਾਲੇ ਸਾਂਝ ਦੀ ਕਿਸੇ ਤੰਦ ਨੂੰ ਤਣੀਂਦੀ ਵੇਖ ਕੇ ਪ੍ਰਭਾ ਦੇਵੀ ਦਾ ਮੱਥਾ ਠਣਕਿਆ। ਉਹਦਾ ਵੱਸ ਚੱਲਦਾ ਤਾਂ ਉਹ ਇੱਕੋ ਝਪਟੇ ਨਾਲ ਇਹੋ ਜਿਹੀ ਤੰਦ ਨੂੰ ਤੋੜ ਕੇ ਰੱਖ ਦਿੰਦੀ। ਉਸ ਕੰਗਲੇ ਮਾਸਟਰ ਨੂੰ ਚੁਟਕੀ 'ਚ ਮਸਲ ਕੇ ਹਵਾ 'ਚ ਉਡਾ ਦਿੰਦੀ, ਜਿਹੜਾ ਗੀਤਾਂ ਦੇ ਸੰਦੇਸ਼ਾਂ ਰਾਹੀਂ ਉਰਵਸ਼ੀ ਦੇ ਹਿਰਦੇ ਸਾਗਰ ਵਿੱਚ ਲਹਿਰਾਂ ਪੈਦਾ ਕਰਨ ਦਾ ਕਾਰਨ ਬਣ ਚੁੱਕਾ ਸੀ। ਪਰ ਕੀ ਇਹ ਕਰਨਾ ਪ੍ਰਭਾ ਦੇਵੀ ਦੀ ਵੱਸ ਦੀ ਗੱਲ ਸੀ? ਹੁਣ ਪ੍ਰਭਾ ਦੇਵੀ ਕੋਲ ਜੇ ਇਹਦਾ ਕੋਈ ਇਲਾਜ ਸੀ ਤਾਂ ਇਹੋ ਕਿ ਤੁਰੰਤ ਫੁਰਤ ਉਰਵਸ਼ੀ ਲਈ ਕਿਸੇ ਉੱਚੀਆਂ ਸ਼ਾਨਾਂ ਵਾਲੇ ਵਰ ਦੀ ਤਲਾਸ਼ ਕਰੇ, ਤਾਂ ਜੋ ਤੂਫਾਨ ਆਉਣ ਤੋਂ ਪਹਿਲਾਂ ਹੀ ਉਹਦਾ ਜੀਵਨ ਨਦੀ ਦਾ ਰੁੱਖ ਕਿਸੇ ਹੋਰ ਪਾਸੇ ਮੋੜ ਸਕੇ। ਪ੍ਰਭਾ ਦੇਵੀ ਨੂੰ ਪੱਕੀ ਉਮੀਦ ਸੀ ਕਿ ਹੈਡਮਾਸਟਰ ਦੇ ਦੱਸੇ ਹੋਏ ਮੁੰਡੇ ਨੂੰ ਉਰਵਸ਼ੀ ਲਈ ਪ੍ਰਾਪਤ ਕਰ ਸਕੇਗੀ। ਪਰ ਉਸ ਦਿਨ ਜਦ ਉਹਨੂੰ ਪਤਾ ਲੱਗਾ ਕਿ ਮੁੰਡੇ ਨੇ ਸਿਵਲ ਮੈਰਿਜ ਕਰ ਲਈ ਹੈ, ਤਾਂ ਉਹਦੇ ਸੀਨੇ 'ਚ ਹੂਕ ਉੱਠੀ। ਕਾਸ਼ ਮੈਂ ਉਹਦੀ ਇਹ ਖਾਹਿਸ਼ ਜਾਣ ਸਕਦੀ। ਇੱਧਰ ਉਰਵਸ਼ੀ ਦੀ ਜੀਵਨ ਸਟੇਜ ਉੱਤੇ ਪ੍ਰਤੀ ਪ੍ਰੀਤ ਨਾਟਕ ਦਾ ਮੁੱਢ ਵੱਜਣਾ ਸ਼ੁਰੂ ਹੋ ਰਿਹਾ ਸੀ, ਜਿਹਦਾ ਨਾਇਕ ਸੀ ਉਹੀ ਸਾਧ ਮੁਰਾਦਾ ਜਿਹਾ ਗੱਭਰੂ ਮਦਨ। ਮਦਨ 'ਚ ਕੋਈ ਉਹ ਚੀਜ਼ ਉਹਨੂੰ ਦਿਖਾਈ ਦਿੱਤੀ ਜਿਹਦਾ ਸ਼ਾਇਦ ਉਹਦੀ ਆਪਣੀ ਆਤਮਾ 'ਚ ਅਭਾਵ ਸੀ, ਤੇ ਆਤਮਾ ਦੇ ਇਸ ਅਭਾਵ ਦਾ ਜਾਂ ਖਿਲਾਅ ਨੂੰ ਭਰਨ ਲਈ ਉਰਵਸ਼ੀ ਨੂੰ ਜਾਪਿਆ ਜਿਵੇਂ ਕੁਦਰਤ ਨੇ ਕੇਵਲ ਮਦਨ ਹੀ ਬਣਾਇਆ। ਉਰਵਸ਼ੀ ਪਾਸ ਹੁਸਨ ਹੈ, ਦੌਲਤ ਹੈ, ਇਲਮ ਹੈ, ਅਕਲ ਹੈ, ਫਿਰ ਬਾਕੀ ਕੀ ਰਹਿ ਗਿਆ? ਸ਼ਾਇਦ ਉਹ ਚੀਜ਼ ਜਿਸ ਤੋਂ ਬਿਨਾਂ ਬਾਕੀ ਸਭ ਕੁਝ ਨਿਸਫਲ ਅਖਾਰਤਾ ਹੁੰਦਾ ਹੈ। ਇਹ ਆਤਮ ਸੰਤੁਸ਼ਟਤਾ। ਇਹਦਾ ਕਾਰਨ ਸ਼ਾਇਦ ਉਰਵਸ਼ੀ ਲਈ ਅਜੇ ਤੀਕ ਹਨੇਰੇ ਵਿੱਚ ਸੀ, ਜਿਹਦੀ ਜਾਣਕਾਰੀ ਲਈ ਉਹਨੂੰ ਲੋੜ ਸੀ ਕਿਸੇ ਚਾਨਣੇ ਪੱਖ ਦੀ, ਜਿਹੜਾ ਉਹਦੇ ਜੀਵਨ ਮੰਡਲ 'ਚ ਨਹੀਂ ਸੀ। ਇਹੋ ਇੱਕ ਚੀਜ਼ ਸੀ ਜਿਹੜੀ ਅੱਜ ਤੀਕ ਉਰਵਸ਼ੀ ਨੂੰ ਕਦੀ ਨਹੀਂ ਸੀ ਮਿਲੀ, ਤੇ ਕਿਸੇ ਸੰਤੁਸ਼ਟਤਾ ਦੀ ਅਣਹੋਂਦ ਨੇ ਉਹਦੇ ਤੱਤਾਂ 'ਚ ਰਲ ਕੇ ਇੱਕ ਅਨੋਖੀ ਤਰ੍ਹਾਂ ਦੀ ਭੁੱਖ ਜਾਂ ਡੰਝ ਜਿਹੀ ਉਹਦੇ ਅੰਦਰ ਪੈਦਾ ਕਰਤੀ। ਇਸ ਭੁੱਖ ਜਾਂ ਡੰਝ ਦਾ ਉਹ ਨਾ ਤਾਂ ਕੋਈ ਆਕਾਰ ਅੱਜ ਤੀਕ ਮਿਥ ਸਕੀ, ਤੇ ਨਾ ਹੀ ਕਲਪਨਾ ਜਾਂ ਸਮਝ ਦੇ ਦਾਇਰੇ 'ਚ ਉਹਨੂੰ ਲਿਆ ਸਕੀ। ਉਹ ਜੇ ਕੁਝ ਜਾਣਦੀ ਹੈ ਤਾਂ ਕੇਵਲ ਇੰਨਾ ਕਿ ਉਹਦਾ ਜੀਵਨ ਉਸ ਚੀਜ਼ ਤੋਂ ਸੱਖਣਾ ਹੈ ਜਿਸ ਬਿਨਾਂ ਹੋਰ ਸਭ ਉਸ ਲਈ ਸੱਖਣਾ ਹੈ। ਮਾਂ ਉਹਨੂੰ ਆਮ ਮਾਵਾਂ ਨਾਲੋਂ ਨਾ ਕੇਵਲ ਪਿਆਰ ਹੀ ਬਹੁਤਾ ਕਰਦੀ ਹੈ, ਬਲਕਿ ਕਹਿਣਾ ਚਾਹੀਦਾ ਕਿ ਪ੍ਰਭਾ ਦੇਵੀ ਨੂੰ ਇਸੇ ਸੰਤਾਨ ਮੋਹ ਨੇ ਅੱਤ ਦਰਜੇ ਦੀ ਵਹਿਮਣ, ਖਪਤਣ ਤੇ ਕਿਸੇ ਹੱਦ ਤੱਕ ਸ਼ੁਦੈਣ ਵੀ ਬਣਾ ਦਿੱਤਾ ਹੋਇਆ, ਜਿਹਦੀਆਂ ਸੋਚਾਂ ਵਿਚਾਰਾਂ, ਜਿਹਦੀ ਜ਼ਿੰਦਗੀ ਦੀ ਸੁਨਹਿਰੀ ਮੰਜ਼ਿਲ ਤੇ ਜਿਸ ਦੀਆਂ ਖਾਹਿਸ਼ਾਂ ਦਾ ਅੰਤਮ ਸਿਖਰ ਜੇ ਕੋਈ ਹੈ ਤਾਂ ਕੇਵਲ ਉਰਵਸ਼ੀ। ਉਹ ਜਿਉਂਦੀ ਹੈ ਤਾਂ ਉਰਵਸ਼ੀ ਲਈ, ਸੋਚਦੀ ਹੈ ਤਾਂ ਉਰਵਸ਼ੀ ਲਈ, ਇੱਥੋਂ ਤੱਕ ਕਿ ਉਹਦੇ ਸਵਾਂਸਾਂ ਦਾ ਰੌਂ ਉਹ ਵਿੱਚ ਵੀ ਉਰਵਸ਼ੀ ਰਲੀ ਹੋਈ ਹੈ। ਮਾਂ ਦੀ ਇਸ ਹਾਲਤ ਤੋਂ ਧੀ ਪੂਰੀ ਤਰ੍ਹਾਂ ਜਾਣੂ ਹੈ। ਜਾਣੂ ਹੋਣ ਤੋਂ ਛੋਟੋ ਮਾਂ ਦੇ ਇਸ ਬੇਪਨਾਹ ਪਿਆਰ ਨੂੰ ਸਤਿਕਾਰ ਨਾਲ ਅਨੁਭਵ ਕਰਦੀ ਹੈ। ਪਲ ਪਲ ਉਹਦੀ ਇਹੋ ਚਾਹ ਹੁੰਦੀ ਹੈ ਕਿ ਆਪਣੀ ਮਾਂ ਲਈ ਹੀ ਜੀਵੇ, ਥੀਵੇ। ਪਰ ਹੋਣੀ ਦੀ ਗੈਬੀ ਹੱਥ ਸਾਡੇ ਕੋਲੋਂ ਜੋ ਕੁਝ ਕਰਾਉਣਾ ਚਾਹੁੰਦਾ ਹੈ, ਉਹਨੂੰ ਅਸੀਂ ਕਿਸੇ ਤਰ੍ਹਾਂ ਵੀ ਟਾਲ ਸਕਦੇ ਹਾਂ। ਜੇ ਟਾਲ ਸਕਦੇ ਹੁੰਦੇ ਤਾਂ ਉਰਵਸ਼ੀ ਕਦੀ ਭੁੱਲ ਕੇ ਵੀ ਆਪਣੇ ਦਿਲ ਦੀ ਦੁਨੀਆ ਵਿੱਚ ਮਾਂ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਆਉਣ ਦਿੰਦੀ। ਉਰਵਸ਼ੀ ਅੱਜ ਕੱਲ੍ਹ ਹਰ ਚੀਜ਼ ਤੋਂ ਹੁੱਸੜ ਕੇ ਕੇਵਲ ਖਾਬਾਂ ਦੇ ਮੰਡਲਾਂ 'ਚ ਜਾ ਵਸੀ ਹੈ। ਉਰਵਸ਼ੀ ਦੇ ਅੰਦਰ ਇਹ ਅਹਿਸਾਸ ਘਰ ਕਰ ਗਿਆ ਹੈ ਕਿ ਉਸਦੀ ਉਮਰ 19-20 ਵਰ੍ਹਿਆਂ ਦੀ ਨਹੀਂ, 19-20 ਸਦੀਆਂ ਦੀ ਹੈ, ਤੇ ਜਦ ਤੋਂ ਉਹਦਾ ਜਨਮ ਹੋਇਆ ਉਦੋਂ ਤੋਂ ਲੈ ਕੇ ਸਾਰੀਆਂ ਸਦੀਆਂ ਉਸਨੇ ਇੱਕ ਐਸੇ ਫੌਲਾਦੀ ਪਿੰਜਰੇ 'ਚ ਬਿਤਾਈਆਂ ਹਨ ਜਿਹਦੀਆਂ ਸੀਖਾਂ ਨੂੰ ਤੋੜਨ ਉਹ ਸਦਾ ਹੀ ਅਸਮਰਥ ਰਹੀ ਹੈ। ਉਸ ਦਿਨ ਜਿਉਂ ਹੀ ਪ੍ਰਭਾ ਦੇਵੀ ਨੇ ਵੇਖਿਆ ਕਿ ਹੈਡਮਾਸਟਰ ਉਸੇ ਆਦਮੀ ਨੂੰ ਉਰਵਸ਼ੀ ਦੇ ਪੜ੍ਹਾਉਣ ਲਈ ਲੈ ਆਇਆ ਜਿਹਨੂੰ ਉਹ ਫੁੱਟੀ ਅੱਖ ਵੇਖਣਾ ਨਹੀਂ ਚਾਹੁੰਦੀ, ਤਾਂ ਉਹਦੇ ਦਿਲ 'ਤੇ ਇੱਕ ਹੋਰ ਸੱਟ ਵੱਜੀ। ਪਰ ਦੁਬਿਧਾ ਦੀ ਜਿਸ ਬੇੜੀ 'ਚ ਉਸ ਵੇਲੇ ਪ੍ਰਭਾ ਦੇਵੀ ਸਵਾਰ ਸੀ, ਉਹਦਾ ਹੱਲ ਤਾਂ ਛੋਟੇ ਤੋਂ ਹੋਰ ਕੋਈ ਨਹੀਂ ਸੀ ਕਿ ਜਿਹਨੂੰ ਲਿਆਂਦਾ ਗਿਆ ਸੀ ਉਸੇ ਨੂੰ ਪ੍ਰਵਾਨ ਕਰੇ। ਕਿਉਂ ਜੋ ਇਨਕਾਰ ਕਰਦੀ ਤਾਂ ਦੋਹਰਾ ਨਹੀਂ ਤੀਹਰਾ ਕੰਮ ਚੌੜ ਹੁੰਦਾ। ਇੱਕ ਪਾਸੇ ਉਰਵਸ਼ੀ ਦੀ ਨਾਰਾਜ਼ਗੀ, ਦੂਜਾ ਇਸ ਵਿੱਚ ਹੈਡਮਾਸਟਰ ਦਾ ਨਿਰਾਦਰ ਵੀ ਘੱਟ ਨਹੀਂ ਸੀ, ਤੇ ਤੀਜਾ ਹੈਡਮਾਸਟਰ ਦੀ ਸਹਾਇਤਾ ਨਾਲ ਜਿਹੜਾ ਮੁੰਡਾ ਮਿਲਣ ਦੀ ਆਸ ਸੀ ਉਹ ਕੰਮ 'ਚ ਵਿਘਨ ਪੈ ਜਾਏਗਾ। ਸੋ ਦਿਲ 'ਤੇ ਪੱਥਰ ਰੱਖ ਕੇ ਉਹਨੇ ਮੰਨ ਲਿਆ, ਪਰ ਉਸੇ ਘੜੀ ਤੋਂ ਸੋਚਣਾ ਸ਼ੁਰੂ ਕੀਤਾ ਕਿ ਕਿਵੇਂ ਇਸ ਮਦਨ ਨੂੰ ਰਸਤੇ 'ਚੋਂ ਹਟਾਇਆ ਜਾਏ। ਇਹ ਘੜੀ ਪ੍ਰਭਾ ਦੇਵੀ ਲਈ ਸੱਚਮੁੱਚ ਔਖੀ ਘੜੀ ਸੀ। ਇੱਕ ਵਾਰ ਮਾਵਾਂ ਧੀਆਂ 'ਚ ਝੜਪ ਹੋ ਗਈ, ਜਿਸ ਤੋਂ ਬਾਅਦ ਭਾਵੇਂ ਸਮਝੌਤਾ ਹੋ ਗਿਆ, ਪਰ ਇਸ ਸਮਝੌਤੇ ਦੀ ਤਹਿ 'ਚ ਇੱਕ ਐਸੀ ਚੀਜ਼ ਆ ਵੜੀ ਜਿਹਨੂੰ ਅਸੀਂ ਕਿਸੇ ਨਵੀਂ ਤੇ ਕਸ਼ਟਮਈ ਹੋਣੀ ਦਾ ਆਗਮ ਹੀ ਕਹਿ ਸਕਦੇ ਹਾਂ। ਇਹ ਸੀ ਮਾਂ ਵੱਲੋਂ ਧੀ ਦੀ ਉਪਰਾਮਤਾ। ਗੱਲ ਚੱਲੀ ਸੀ ਸਧਾਰਨ ਤੌਰ 'ਤੇ। ਜਦ ਉਰਵਸ਼ੀ ਨੇ ਮਾਂ ਅੱਗੇ ਮਦਨ ਲਈ ਗਿਲਾ ਕੀਤਾ ਕਿ ਉਹ ਵਿਚਾਰਾ ਬਹੁਤ ਔਖਾ ਹੈ, ਮੀਂਹ ਪੈਣ ਨਾਲ ਹਮੇਸ਼ਾ ਭਿੱਜ ਜਾਂਦਾ ਹੈ, ਤੇ ਜਾ ਪਹੁੰਚੀ ਇੱਕ ਭਾਰੀ ਰੋਸੇ ਦੀ ਮੰਜ਼ਿਲ 'ਤੇ। ਪ੍ਰਭਾ ਦੇਵੀ ਨੇ ਉਰਵਸ਼ੀ ਨੂੰ ਕਿਹਾ, ਵੇਖ ਉਰਵਸ਼ੀ,
ਤੂੰ ਹੁਣ ਬਾਲੜੀ ਨਹੀਂ ਜੋ ਮੈਂ ਤੈਨੂੰ ਬਾਰ-ਬਾਰ ਸਮਝਾਵਾਂ। ਤੈਨੂੰ ਆਪਣੀ ਹੈਸੀਅਤ ਦਾ ਖਿਆਲ ਕਦੀ ਨਹੀਂ ਭੁੱਲਣਾ ਚਾਹੀਦਾ। ਤੇ ਜਵਾਬ 'ਚ ਉਰਵਸ਼ੀ ਵੀ ਤੇਜ਼ ਹੋ ਕੇ ਬੋਲ ਪਈ, ਕੀਕਣ ਤੁਸਾਂ ਸਮਝਿਆ ਮਾਤਾ ਜੀ ਕਿ ਮੈਂ ਆਪਣੀ ਹੈਸੀਅਤ ਨੂੰ ਭੁੱਲ ਰਹੀ ਹਾਂ। ਜਿੰਨਾ ਕੁ ਵੱਧ ਤੋਂ ਵੱਧ ਮਿਠਾਸ ਭਰ ਸਕਦੀ ਆਪਣੀਆਂ ਗੱਲਾਂ 'ਚ ਭਰ ਕੇ ਪ੍ਰਭਾ ਨੇ ਕਿਹਾ, ਵੇਖੋ ਨਾ ਰਾਣੀ ਧੀ, ਸਿਆਣੇ ਕਹਿੰਦੇ ਹੁੰਦੇ ਨੇ, ਮਨ ਭਾਉਂਦਾ ਖਾਈਏ, ਜਗ ਭਾਉਂਦਾ ਹੰਢਾਈਏ। ਜਿਹੜੀ ਗੱਲ ਇੱਜ਼ਤ ਨੂੰ ਵੱਟਾ ਲਾਉਣ ਵਾਲੀ ਹੋਵੇ ਉਹ ਕਿਉਂ ਕੋਈ ਕਰੇ। ਤਦ ਉਰਵਸ਼ੀ ਆਪਣੇ ਅੰਦਰ ਦੱਬੇ ਹੋਏ ਕ੍ਰੋਧ ਦੇ ਲਾਵੇ ਨੂੰ ਰੋਕਣੋਂ ਬੇਵੱਸ ਹੋ ਕੇ ਬੋਲੀ, ਮੈਨੂੰ ਸਾਫ਼-ਸਾਫ਼ ਦੱਸੋ ਮਾਤਾ ਜੀ, ਮੈਂ ਕਿਹੜਾ ਕੰਮ ਤੁਹਾਡੀ ਇੱਜ਼ਤ ਨੂੰ ਵੱਟਾ ਲਾਉਣ ਵਾਲਾ ਕੀਤਾ? ਜੋਸ਼ 'ਚ ਨਾ ਪੁੱਤਰ, ਜਰਾ ਠੰਡੇ ਦਿਲ ਨਾਲ ਸੁਣ ਮੇਰੀ ਗੱਲ। ਭਲਾ ਇਹ ਦੱਸ, ਤੂੰ ਉਸ ਮਾਸਟਰ, ਮੈਂ ਸਮਝ ਲਿਆ ਤੁਹਾਡਾ ਮਤਲਬ। ਉਰਵਸ਼ੀ ਵਿਚਾਲੇ ਹੀ ਬੋਲ ਪਈ, ਤੁਹਾਡਾ ਮਤਲਬ ਇਹ ਹੈ ਕਿ ਮੇਰੇ ਕੋਲ ਪੜ੍ਹਨ ਲਈ ਤੁਹਾਡੀ ਇੱਜ਼ਤ ਨੂੰ ਵੱਟਾ ਲੱਗ ਜਾਏਗਾ। ਚੰਗਾ, ਮੈਂ ਨਹੀਂ ਪੜ੍ਹਾਂਗੀ ਉਸ ਕੋਲੋਂ। ਤੁਸੀਂ ਉਸ ਦਿਨ ਬਾਰੀ ਅੱਗੇ ਚਿੱਕ ਤਾਣੀ ਸੀ ਨਾ, ਮੈਂ ਕੱਲ੍ਹ ਤੋਂ ਬਾਰੀ ਬੰਦ ਕਰਕੇ ਉਸ ਵਿੱਚ ਕਿੱਲ ਜੜ ਦਿਆਂਗੀ। ਇਹੋ ਚਾਹੁੰਦੇ ਹੋ ਨਾ ਤੁਸੀਂ? ਪ੍ਰਭਾ ਦੇਵੀ ਘਬਰਾ ਉੱਠੀ। ਮਾਮਲਾ ਜਿਸ ਤਰ੍ਹਾਂ ਹੱਥੋਂ ਨਿਕਲਦਾ ਜਾ ਰਿਹਾ ਸੀ, ਉਸ ਉੱਤੇ ਕਾਬੂ ਪਾਉਣ ਲਈ ਉਹ ਆਪਣੇ ਆਪ ਨੂੰ ਸਮਰੱਥ ਨਹੀਂ ਸੀ ਪਾ ਰਹੀ। ਇੱਕ ਵਾਰੀ ਤਾਂ ਉਸ ਚਾਹਿਆ ਕਿ ਆਪਣੇ ਆਪ ਨੂੰ ਹਲਾਕ ਕਰ ਲਵੇ, ਪਰ ਉਸ ਪਾਸੋਂ ਇਹ ਨਾਦਾਨੀ ਵਾਲਾ ਕੰਮ ਨਾ ਹੋ ਸਕਿਆ, ਜੋ ਚੰਗਾ ਹੀ ਹੋਇਆ। ਉਹਨੇ ਨਰਮੀ ਵਾਲਾ ਰਸਤਾ ਅਪਣਾਉਣਾ ਕਬੂਲ ਕੀਤਾ ਤੇ ਧੀ ਨੂੰ ਜੱਫੀ 'ਚ ਲੈ ਕੇ ਬੋਲੀ, ਉਰਵਸ਼ੀ, ਤੂੰ ਬੜੀ ਬੇਸਮਝ ਹੈ। ਮੈਨੂੰ ਜਾਪਦਾ ਤੂੰ ਮੈਨੂੰ ਨਫ਼ਰਤ ਕਰਨ ਲੱਗ ਪਈ ਹੈ, ਪਰ ਇਸ 'ਚ ਤੇਰਾ ਕਸੂਰ ਨਹੀਂ। ਮੈਂ ਨਫ਼ਰਤ ਦੇ ਹੀ ਲਾਇਕ ਹਾਂ। ਇਹੋ ਕੁਝ ਮੁੱਢ ਤੋਂ ਮੇਰੇ ਪੱਲੇ ਪੈ ਰਿਹਾ। ਉਰਵਸ਼ੀ, ਕਦੀ ਤੂੰ ਵੇਖ ਸਕਦੀ ਹੋ ਮੇਰੇ ਦਿਲ ਨੂੰ? ਮੇਰੀ ਦੁਨੀਆ ਤੇਰੇ ਨਾਲ ਹੈ। ਮੈਂ ਅੱਜ ਤੱਕ ਕਿਉਂ ਜੀ ਰਹੀ ਹਾਂ? ਸਿਰਫ ਤੇਰੇ ਕਰਕੇ, ਨਹੀਂ ਤਾਂ ਮੈਂ ਹੁਣ ਤੱਕ ਕਦੋਂ ਦੀ ਮਰ ਚੁੱਕੀ ਹੁੰਦੀ। ਪਰ ਅੱਜ ਵੀ ਤੂੰ ਵੀ ਉਰਵਸ਼ੀ। ਤੇ ਪ੍ਰਭਾ ਦੇਵੀ ਦੀ ਆਵਾਜ਼ ਦਰਦਾਂ ਭਰੇ ਹਟਕੋਰਿਆਂ 'ਚ ਵੱਟ ਗਈ। ਉਰਵਸ਼ੀ ਨੇ ਮਾਂ ਦੀਆਂ ਵਹਿੰਦੀਆਂ ਅੱਖਾਂ 'ਚ ਤੱਕਿਆ ਤੇ ਤੱਕਦਿਆਂ ਹੀ ਸਭ ਕੁਝ ਭੁੱਲ ਗਈ। ਮਾਂ ਦੀਆਂ ਪਹਿਲੀਆਂ ਗੱਲਾਂ ਸੁਣ ਕੇ ਉਹਦੇ ਦਿਲ ਤੇ ਜਿਹੜੀ ਬਰਫ਼ ਵਰਗੀ ਕੋਈ ਤਹਿ ਜੰਮ ਗਈ ਸੀ, ਉਹ ਗਰਮ ਪਾਣੀ ਬਣ ਕੇ ਉਹਦੀਆਂ ਅੱਖਾਂ 'ਚ ਜਾ ਸਿਮੀ। ਮਾਂ ਨੂੰ ਜੱਫੀ 'ਚ ਕੁੱਟ ਕੇ ਬੋਲੀ, ਰੋਵੋ ਨਾ ਮਾਤਾ ਜੀ, ਬਸ ਕਰੋ। ਤੱਕੋ ਮੇਰੇ ਵੱਲ ਮਾਤਾ ਜੀ, ਮੈਂ ਜਿੱਕਣ ਤੁਸੀਂ ਕਹੋਗੇ ਉਸੇ ਤਰ੍ਹਾਂ ਕਰਾਂਗੀ। ਇੱਕ ਕਦਮ ਵੀ ਤੁਹਾਡੇ ਕਹੇ ਤੋਂ ਬਾਹਰ ਨਹੀਂ ਚੁੱਕਾਂਗੀ। ਤੇ ਅਖੀਰ ਦੁਵੱਲੀ ਅਥਰੂਆਂ ਦੀ ਧਾਰਾ ਨੇ ਮਾਵਾਂ ਧੀਆਂ ਦਾ ਸਮਝੌਤਾ ਕਰਾ ਦਿੱਤਾ। ਉਸ ਦਿਨ ਤੋਂ ਪ੍ਰਭਾ ਦੇਵੀ ਨੂੰ ਮਦਨ ਲਈ ਆਪਣਾ ਰਵੱਈਆ ਬਦਲਣਾ ਪਿਆ। ਸਮਝੌਤੇ ਦਾ ਫਲ ਰੂਪ ਉਰਵਸ਼ੀ ਦੀ ਮਦਨ ਪਾਸੋਂ ਪੜ੍ਹਾਈ ਨਿਰਵਿਘਨਤਾ ਨਾਲ ਜਾਰੀ ਰਹੀ। ਪਰ ਉਰਵਸ਼ੀ ਇਸ ਗੱਲੋਂ ਅਣਜਾਣ ਨਹੀਂ ਸੀ ਕਿ ਮਾਂ ਦਾ ਪਹਿਰਾ ਉਸ ਉੱਤੇ ਕਿਸੇ ਨਾ ਕਿਸੇ ਰੂਪ 'ਚ ਕਰੜਾ ਹੋਈ ਜਾਂਦਾ ਹੈ। ਜਿਉਂ-ਜਿਉਂ ਪਹਿਰਾ ਕਰੜਾ ਹੁੰਦਾ, ਉਰਵਸ਼ੀ ਦਾ ਦਿਲ ਵੀ। ਪੜ੍ਹਾਈ ਸ਼ੁਰੂ ਰਹੀ, ਪਰ ਦੋਹਾਂ ਦਿਲਾਂ ਦੀਆਂ ਬਾਰੀਆਂ ਜਿਉਂ ਦੀਆਂ ਤਿਉਂ ਬੰਦ ਰਹੀਆਂ। ਪਿਆਰ ਦੇ ਫੁੱਟਦੇ ਸੋਮਿਆਂ ਨੂੰ ਦੋਹਾਂ ਨੇ ਦੋਹਾਂ ਪਾਸੋਂ ਲੁਕਾਈ ਰੱਖਿਆ। ਉਰਵਸ਼ੀ ਦਾ ਸਾਰਾ ਧਿਆਨ ਇਸ ਗੱਲ ਵੱਲ ਲੱਗਾ ਰਹਿੰਦਾ ਕਿ ਕੋਈ ਗੱਲ ਜਾਂ ਹਰਕਤ ਵੀ ਉਸ ਪਾਸੋਂ ਐਸੀ ਨਾ ਹੋ ਜਾਏ ਜਿਹੜੀ ਉਹਦੀ ਮਾਂ ਲਈ ਦੁਖਦਾਈ ਸਾਬਤ ਹੋਵੇ। ਕਿੰਨਾ ਜ਼ਬਰ ਸੀ ਉਹਦਾ ਆਪਣੇ ਆਪ ਉੱਤੇ। ਆਪਣੀ ਮਾਂ ਨਾਲ ਹੋਏ ਸਮਝੌਤੇ ਦਾ ਹੀ ਉਹਨੂੰ ਫਿਕਰ ਨਹੀਂ ਸੀ। ਇਦੋਂ ਵੀ ਵੱਡਾ ਖਤਰਾ ਉਹਨੂੰ ਇੱਕ ਹੋਰ ਸੀ। ਉਹਦੀ ਮਾਂ ਜਦ ਕਦੀ ਬਹੁਤ ਦੁਖੀ ਹੋ ਜਾਂਦੀ ਤਾਂ ਉਹ ਅਕਲ ਹੋਸ਼ ਤੋਂ ਲੰਘੀਆਂ ਹੋਈਆਂ ਕਈ ਹਰਕਤਾਂ ਕਰ ਬਹਿੰਦੀ, ਇੱਥੋਂ ਤੱਕ ਕਿ ਕਈ ਵਾਰ ਉਹ ਮਰਨ ਲਈ ਤਿਆਰ ਹੋ ਪੈਂਦੀ। ਇਹਨਾਂ ਹੀ ਫਿਕਰਾਂ ਦੇ ਸਹਿਮਾਂ ਕਰਕੇ ਉਰਵਸ਼ੀ ਨੇ ਆਪਣੇ ਮਨ ਦੇ ਭਾਵਾਂ ਨੂੰ ਹਮੇਸ਼ਾ ਲਈ ਮਦਨ ਪਾਸੋਂ ਲੁਕਾਉਣ ਦਾ ਫੈਸਲਾ ਕਰ ਲਿਆ। ਪਰ ਉਹਦਾ ਇਹ ਲੁਕਾਅ ਮਦਨ ਲਈ ਕੀ ਅਸਰ ਪੈਦਾ ਕਰ ਜਾਂਦਾ ਸੀ, ਉਰਵਸ਼ੀ ਇਸ ਤੋਂ ਵੀ ਅਣਜਾਣ ਨਹੀਂ ਸੀ। ਉਹ ਵੇਖਦੀ ਮਦਨ ਦਿਨੋਂ ਦਿਨ ਨਿੱਘਰਦਾ ਜਾ ਰਿਹਾ। ਇਹਦਾ ਕਾਰਨ ਉਹ ਆਪਣੇ ਆਪ ਨੂੰ ਸਮਝਦੀ ਸੀ। ਮਦਨ ਜਿਸ ਵੇਲੇ ਉਹਨੂੰ ਪੜ੍ਹਾ ਲਿਖਾ ਰਿਹਾ ਹੁੰਦਾ, ਉਰਵਸ਼ੀ ਵੇਖਦੀ ਉਹ ਵੇਦਨਾ ਦੀ ਤਸਵੀਰ ਬਣਿਆ ਹੁੰਦਾ। ਉਹ ਮਦਨ ਦੇ ਦਿਲ ਦੀ ਹਾਲਤ ਨੂੰ ਉਸੇ ਤਰ੍ਹਾਂ ਸਪਸ਼ਟ ਰੂਪ 'ਚ ਪੜ੍ਹਦੀ ਜਾਂਦੀ ਜਿਕਣ ਸਾਹਮਣੇ ਖੁੱਲ੍ਹੀ ਹੋਈ ਕਿਤਾਬ ਨੂੰ। ਪਰ ਇਹਦਾ ਇਲਾਜ? ਫਿਰ ਇੱਕ ਦਿਨ ਹੋਰ ਆਇਆ ਜਦੋਂ ਪ੍ਰਭਾ ਦੇਵੀ ਨੇ ਉਰਵਸ਼ੀ ਨੂੰ ਖੁੱਲ੍ਹੇ ਦਿਲ ਆਗਿਆ ਦੇ ਦਿੱਤੀ ਕਿ ਉਹ ਮਦਨ ਦਾ ਅਸਬਾਬ ਚੁਕਾ ਕੇ ਹੇਠਲੇ ਕਮਰੇ 'ਚ ਲੈ ਆਵੇ। ਸੁਣ ਕੇ ਉਰਵਸ਼ੀ ਦੀ ਕੀ ਹਾਲਤ ਹੋਈ, ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਰਵਸ਼ੀ ਮਦਨ ਦੇ ਆਉਣ ਦੀ ਉਡੀਕ ਵੀ ਨਾ ਕਰ ਸਕੀ ਤੇ ਦੁਪਹਿਰੇ ਉਹਦਾ ਜੰਦਰਾ ਤੋੜ ਕੇ ਉਹਨੇ ਸਮਾਨ ਚੁਕਵਾ ਲਿਆਂਦਾ। ਫਿਰ ਉਸੇ ਰਾਤ ਉਰਵਸ਼ੀ ਨੂੰ ਆਪ ਮਦਨ ਦੇ ਕਮਰੇ ਵਿੱਚ ਜਾਣ ਦੀ ਲੋੜ ਪੈ ਗਈ। ਉਹ ਪਿਛਲੇ ਕਈ ਦਿਨਾਂ ਤੋਂ ਮਦਨ ਨੂੰ ਕੁਝ ਵਧੇਰੇ ਉਦਾਸ ਵੇਖ ਰਹੀ ਸੀ। ਪੜ੍ਹਾਉਣ 'ਚ ਮਦਨ ਦਾ ਬਹੁਤਾ ਦਿਲ ਨਹੀਂ ਸੀ ਲੱਗਦਾ ਤੇ ਕਈ ਵਾਰੀ ਉਹਨੂੰ ਲੁਕਵੇਂ ਢੰਗ ਨਾਲ ਸਾਹ ਭਰਦਿਆਂ ਵੀ ਵੇਖ ਲੈਂਦੀ ਸੀ। ਮਿਸ਼ਰਾਣੀ ਹੱਥ ਜਦ ਉਹਨੂੰ ਮਦਨ ਦਾ ਸੁਨੇਹਾ ਪੁੱਜਾ ਕਿ ਅੱਜ ਉਹ ਉਹਨੂੰ ਪੜ੍ਹਾਉਣ ਨਹੀਂ ਆਏਗਾ ਤਾਂ ਸਮਝ ਗਈ ਕਿ ਅੱਜ ਮਦਨ ਦੀ ਹਾਲਤ ਹੋਰ ਵੀ ਖਰਾਬ ਹੈ। ਤਦ ਉਸਨੇ ਸੋਚਿਆ ਕਿ ਜੇ ਮੈਂ ਇਸ ਵੇਲੇ ਥੋੜ੍ਹੀ ਜਿਹੀ ਉਹਦੀ ਦਿਲਜੋਈ ਨਾ ਕੀਤੀ ਤਾਂ ਪਤਾ ਨਹੀਂ ਉਹ ਕੁਝ ਹੋਰ ਹੀ ਕਰ ਗੁਜ਼ਰੇ। ਬਾਕੀ ਰਿਹਾ ਮਦਨ ਦੀ ਸਿਰ ਪੀੜ ਦਾ ਬਹਾਨਾ। ਇਹਦੀ ਅਸਲੀਅਤ ਉਰਵਸ਼ੀ ਅਣਜਾਣ ਨਹੀਂ ਸੀ। ਇਸ ਸਾਰੇ ਕੁਝ ਉੱਤੇ ਵਿਚਾਰ ਕਰਕੇ ਉਹ ਮਦਨ ਪਾਸ ਦੁੱਧ ਦਾ ਗਲਾਸ, ਜਿਹੜਾ
ਮਿਸ਼ਰਾਣੀ ਮੋੜ ਲਿਆਈ ਸੀ ਲੈ ਕੇ ਪਹੁੰਚੀ। ਉਹਦੀ ਮਾਂ ਇਸ ਵੇਲੇ ਪ੍ਰਕਾਸ਼ ਵੱਲੋਂ ਆਏ ਜੱਗੇ ਨਾਲ ਗੱਲਾਂ 'ਚ ਰੁੱਝੀ ਹੋਈ ਸੀ। ਐਸਪਰੋ ਘਰ 'ਚ ਮੌਜੂਦ ਸੀ, ਜਿਹਨੂੰ ਪ੍ਰਭਾ ਦੇਵੀ ਅਕਸਰ ਵਰਤਦੀ ਸੀ। ਇਹ ਤੋਂ ਛੁੱਟ ਇੱਕ ਬੋਤਲ, ਜਿਸ ਵਿੱਚ ਪੈਪਰਾਮੈਂਟ ਦੀਆਂ ਗੋਲੀਆਂ ਵੀ, ਜਿਹੜੀਆਂ ਉਰਵਸ਼ੀ ਨੇ ਵਰਿੰਦਰ ਲਈ ਮੰਗਾ ਕੇ ਰੱਖੀਆਂ ਸੀ। ਸੋ ਉਹਨੇ ਪੈਕਟ ਵਿੱਚੋਂ ਐਸਪਰੋ ਦੀਆਂ ਗੋਲੀਆਂ ਕੱਢ ਲਈਆਂ ਤੇ ਉਹਨਾਂ ਦੀ ਥਾਂ ਪੈਪਰਾਮੈਂਟ ਦੀਆਂ ਗੋਲੀਆਂ ਰੱਖ ਦਿੱਤੀਆਂ। ਦੂਜੀ ਚੀਜ਼ ਜਿਹੜੀ ਉਹਨੇ ਮਦਨ ਪਾਸ ਲੈ ਜਾਣ ਲਈ ਨਾਲ ਲਈ, ਇਹ ਸੀ ਨੇਲ ਕਟਰ। ਮਦਨ ਦੀਆਂ ਸਰੀਰਕ ਲਾਪਰਵਾਹੀਆਂ ਵੇਖਣ ਦੀ ਭਾਵੇਂ ਉਹ ਆਦੀ ਹੋ ਚੁੱਕੀ ਸੀ ਤੇ ਉਰਵਸ਼ੀ ਨੂੰ ਕੋਈ ਐਸੀਆਂ ਬੁਰੀਆਂ ਵੀ ਨਹੀਂ ਸੀ ਲੱਗਦੀਆਂ, ਜਦਕਿ ਇਹਨਾਂ ਲਾਪਰਵਾਹੀਆਂ ਦੇ ਪਿੱਛੇ ਲੁਕੀ ਹੋਈ ਮਦਨ ਦੀ ਸਰਲ ਤੇ ਬੇਐਬ ਆਤਮਾ ਦਾ ਉਹਨੂੰ ਝਲਕਾਰਾ ਪੈਂਦਾ ਸੀ। ਫਿਰ ਵੀ ਮਦਨ ਦੇ ਇੰਨੇ ਵਧੇ ਹੋਏ ਨਹੁੰ ਕਈ ਵਾਰੀ ਉਹਨੂੰ ਮਾੜੇ ਲੱਗਦੇ ਸਨ। ਮਦਨ ਪਾਸ ਪਹੁੰਚ ਕੇ ਵੀ ਉਰਵਸ਼ੀ ਨੇ ਆਪਣੇ ਮਨ ਦੇ ਭੇਦਾਂ ਉੱਤੇ ਪੂਰੀ ਚੌਕਸੀ ਨਾਲ ਪਹਿਰਾ ਦਿੱਤਾ, ਪਰ ਇਹਦੇ ਹੁੰਦਿਆਂ ਵੀ ਉਹਦੀ ਖਾਹਿਸ਼ ਇਹੋ ਸੀ ਕਿ ਮਦਨ ਦੇ ਦਿਲ ਨੂੰ ਜਿੰਨੀ ਕੁ ਤਸੱਲੀ ਉਹ ਦੇ ਸਕਦੀ ਹੈ ਦੇਵੇ। ਪਰ ਆਪਣੇ ਮਨੋਰਥ ਵਿੱਚ ਪੂਰੀ ਤਰ੍ਹਾਂ ਸਫਲ ਹੋਣ ਤੋਂ ਪਹਿਲਾਂ ਹੀ ਉਹਨੂੰ ਆਵਾਜ਼ ਪੈ ਗਈ। ਇੱਧਰ ਇਹ ਹੋ ਰਿਹਾ ਸੀ ਤੇ ਉੱਧਰ ਪ੍ਰਭਾ ਦੇਵੀ ਦੀਆਂ ਉਮੀਦਾਂ ਦੀ ਮੁਰਝਾਈ ਹੋਈ ਕਲੀ ਫੇਰ ਖੇੜੇ 'ਚ ਆ ਗਈ ਜਦ ਮਿਸ਼ਰਾਣੀ ਨੇ ਉਹਨੂੰ ਪ੍ਰਕਾਸ਼ ਦੇ ਘਰਾਣੇ ਦੀ ਦੱਸ ਪਾਈ। ਮਦਨ ਨੇ ਜਿਸ ਦਿਨ ਤੋਂ ਉਰਵਸ਼ੀ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ, ਲਗਭਗ ਉਸੇ ਸਮੇਂ ਤੋਂ ਪ੍ਰਭਾ ਦੇਵੀ ਦੇ ਸਾਹਮਣੇ ਪ੍ਰਕਾਸ਼ ਦਾ ਸਵਾਲ ਪੈਦਾ ਹੋ ਗਿਆ। ਮਿਸ਼ਰਾਣੀ ਦਾ ਪ੍ਰਭਾ ਦੇਵੀ ਨਾਲ ਨੌਕਰ ਮਾਲਕ ਦਾ ਰਿਸ਼ਤਾ ਹੁੰਦਿਆਂ ਵੀ ਇਹਨਾਂ ਦੋਹਾਂ 'ਚ ਕਾਫੀ ਗੂੜ ਸੀ। ਮਿਸ਼ਰਾਣੀ ਦਾ ਨਾਂ ਪਰਮੇਸ਼ਰੀ ਸੀ। ਇਸੇ ਸ਼ਹਿਰ ਵਿੱਚ ਜੰਮੀ ਪਲੀ ਹੋਣ ਕਰਕੇ ਘਰ ਘਰ ਦੀ ਭੇਤਣ ਹੈ। 35 ਕੁ ਸਾਲਾਂ ਦੀ ਵਿਧਵਾ ਤੇ ਨਿਰਸੰਤਾਨ ਧੀ ਵੀ। ਉਰਵਸ਼ੀ ਦੇ ਰਿਸ਼ਤੇ ਨਾਤੇ ਬਾਬਤ ਕਈ ਵਾਰ ਪ੍ਰਭਾ ਦੇਵੀ ਉਸ ਨਾਲ ਜ਼ਿਕਰ ਕਰ ਚੁੱਕੀ ਹੈ। ਜ਼ਿਕਰ ਤੋਂ ਛੁੱਟ ਪ੍ਰਭਾ ਦੇਵੀ ਨੇ ਉਹਨੂੰ ਕਿਸੇ ਚੰਗੇ ਰੱਜੇ ਪੁੱਜੇ ਘਰ ਦੀ ਟੋਰ ਰੱਖਣ ਲਈ ਵੀ ਕਿਹਾ ਹੋਇਆ ਸੀ। ਤੇ ਜਦ ਇੱਕ ਦਿਨ ਮਿਸ਼ਰਾਣੀ ਨੇ ਉਹਨੂੰ ਪ੍ਰਕਾਸ਼ ਦੀ ਦੱਸ ਪਾਈ ਤਾਂ ਪ੍ਰਭਾ ਦੇਵੀ ਦਾ ਸਾਰਾ ਧਿਆਨ ਇਸੇ ਪਾਸੇ ਖਿੱਚਿਆ ਗਿਆ। ਬਹੁਤੀ ਤਸੱਲੀ ਉਹਨੂੰ ਇਹ ਜਾਣ ਕੇ ਵੀ ਹੋਈ ਕਿ ਉਰਵਸ਼ੀ ਦੇ ਮਾਸਟਰ ਨਾਲ ਉਸੇ ਮੁੰਡੇ ਦਾ ਕਾਫੀ ਉੱਠਣ ਬੈਠਣ ਹੈ। ਮਿਸ਼ਰਾਣੀ ਵਾਸਤਵ ਵਿੱਚ ਜੱਗੇ ਦੀ ਪੜ੍ਹਾਈ ਹੋਈ ਪੂਤਨਾ ਦਾਈ ਦਾ ਰੋਲ ਅਦਾ ਕਰ ਰਹੀ ਸੀ। ਉਸ ਰਾਤ ਪ੍ਰਭਾ ਦੇਵੀ ਦਾ ਮਦਨ ਦੇ ਮਕਾਨ ਤੇ ਜਾ ਕੇ ਉਹਨੂੰ ਪ੍ਰਕਾਸ਼ ਬਾਰੇ ਕਹਿਣਾ ਸੁਣਨਾ ਨਿਰਾ ਇਸੇ ਮਤਲਬ ਲਈ ਨਹੀਂ ਸੀ ਕਿ ਉਹ ਪ੍ਰਕਾਸ਼ ਦੇ ਘਰ-ਬਾਰ ਸੰਬੰਧੀ ਹੀ ਜਾਣਨਾ ਚਾਹੁੰਦੀ ਸੀ, ਬਲਕਿ ਇਹਦਾ ਇੱਕ ਹੋਰ ਸਬੱਬ ਸੀ। ਇਹ ਖਬਰ ਮਦਨ ਨੂੰ ਸੁਣਾ ਕੇ ਉਸ ਤੇ ਪ੍ਰਗਟ ਕਰ ਦੇਣਾ ਚਾਹੁੰਦੀ ਸੀ ਕਿ ਜੇ ਮਦਨ ਆਪਣੇ ਦਿਲ 'ਚ ਉਰਵਸ਼ੀ ਲਈ ਕੋਈ ਖਾਬ ਬਣਾਈ ਬੈਠਾ ਹੈ ਤਾਂ ਉਹਨੂੰ ਦਿਲੋਂ ਕੱਢ ਛੱਡੇ, ਜਦਕਿ ਉਰਵਸ਼ੀ ਵਰਗੀ ਵੇਲ ਕਿਸੇ ਸ਼ਾਹੀ ਬਾਗ ਵਿੱਚ ਹੀ ਲੱਗੇਗੀ, ਕਿਸੇ ਕੰਗਲੇ ਦੀ ਝੌਂਪੜੀ ਅੱਗੇ ਨਹੀਂ। ਉਰਵਸ਼ੀ ਲਈ ਇਹ ਮਾਮਲਾ ਇੱਕ ਦੁਖਾਂਤ ਤੋਂ ਘੱਟ ਨਹੀਂ ਸੀ, ਜਦਕਿ ਇੱਕ ਪਾਸੇ ਤਾਂ ਮਦਨ ਨਾਲ ਅੰਤਰੀ ਭਾਵਾਂ ਦੁਆਰਾ ਤੇ ਅਚਿੰਤੇ ਹੀ ਉਹਦੇ ਪਿਆਰ ਦੀਆਂ ਤਾਰਾਂ ਇਕਸੁਰ ਹੋਈਆਂ ਸਨ, ਤੇ ਦੂਜੇ ਪਾਸੇ ਇੱਕ ਅਜਿਹੇ ਨੌਜਵਾਨ ਦਾ ਚਿਹਰਾ ਉਹਦੀਆਂ ਅੱਖਾਂ ਅੱਗੇ ਲਿਆਂਦਾ ਗਿਆ, ਜਿਸ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਉਰਵਸ਼ੀ ਦੀ ਰਗ ਰਗ 'ਚ ਉਪਰਾਮਤਾ ਭਰ ਗਈ। ਪਹਿਲੀ ਮੁਲਾਕਾਤ ਵਿੱਚ ਪ੍ਰਕਾਸ਼ ਨੇ ਜਿੰਨਾ ਵੀ ਉਹ ਆਪਣੇ ਆਪ ਉੱਤੇ ਵਟੱਪਣ ਦੇ ਚਿੰਨ੍ਹ ਅੰਕਿਤ ਕਰ ਸਕਦਾ ਸੀ ਕਰਕੇ ਉਰਵਸ਼ੀ ਅੱਗੇ ਆਪਣੀ ਅਮੀਰੀ ਦਾ ਵਖਾਲਾ ਪਾਇਆ, ਪਰ ਉਹਨੂੰ ਕੀ ਪਤਾ ਸੀ ਕਿ ਇਹ ਵਖਾਲਾ ਉਰਵਸ਼ੀ ਦੇ ਦਿਲ ਵਿੱਚ ਉਸ ਲਈ ਘਿਰਨਾ ਦੇ ਭਾਵ ਪੈਦਾ ਕਰ ਰਿਹਾ। ਵਿਖਾਲਿਆਂ ਦੀ ਦੁਨੀਆ ਤੋਂ ਤਾਂ ਉਰਵਸ਼ੀ ਦੀ ਪਹਿਲਾਂ ਤੋਂ ਹੀ ਨੱਕ ਜਾਨ ਆਈ ਹੋਈ ਸੀ। ਉਹਦੀ ਰੂਹ ਨੂੰ ਦਿਨ ਰਾਤ ਜੇ ਕੋਈ ਚੀਜ਼ ਸ਼ਿਕੰਜੇ ਵਿੱਚ ਕੱਸੀ ਜਾ ਰਹੀ ਸੀ ਤੇ ਇਹੋ ਵਖਾਲਾ। ਪਹਿਲੀ ਮੁਲਾਕਾਤ ਤੇ ਪ੍ਰਕਾਸ਼ ਨੇ ਉਰਵਸ਼ੀ ਤੇ ਉਹਦੀ ਮਾਂ ਸਾਹਮਣੇ ਜਿੰਨੀਆਂ ਵੀ ਗੱਲਾਂ ਕੀਤੀਆਂ, ਸਾਰੀਆਂ ਉਸੇ ਮਸ਼ੀਨ 'ਚ ਢਲ ਗਈਆਂ ਸਨ। ਪਹਿਲੀਆਂ ਇੱਕ ਦੋ ਸਧਾਰਨ ਮੁਲਾਕਾਤਾਂ ਤੋਂ ਬਾਅਦ ਉਸ ਰਾਤ ਜਦ ਤਿੰਨੇ ਹਮਰਾਹੀ ਵੇਖਣ ਗਏ ਤਾਂ ਦੁਪਾਸੀ ਬਹੁਤ ਕੁਝ ਕਹਿਣ ਸੁਣਨ ਦਾ ਖੁੱਲ੍ਹਾ ਮੌਕਾ ਪੈਦਾ ਹੋ ਗਿਆ। ਪ੍ਰਭਾ ਦੇਵੀ ਨੇ ਉਸ ਰਾਤ ਜਾਣ ਕੇ ਦੋਹਾਂ ਨੂੰ ਗੱਲ ਕਰਨ ਦਾ ਮੌਕਾ ਦਿੱਤਾ। ਇਹਦਾ ਖਿਆਲ ਸੀ ਮੌਕਾ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਏਗਾ, ਪਰ ਉਰਵਸ਼ੀ ਉੱਤੇ ਉਹਦਾ ਉਲਟਾ ਹੀ ਅਸਰ ਹੋਇਆ। ਉਹਨੇ ਆਪਣੇ ਬਣਨ ਵਾਲੇ ਸਾਥੀ ਦੀ ਜਿਹੋ ਜਿਹੀ ਤਸਵੀਰ ਮਨ ਦੇ ਚੌਖਟੇ 'ਚ ਜੜੀ ਹੋਈ ਸੀ, ਪ੍ਰਕਾਸ਼ ਉੱਤੇ 100% ਉਲਟ ਸਾਬਤ ਹੋਇਆ। ਪ੍ਰਕਾਸ਼ ਕੋਲ ਜੇ ਕੋਈ ਚੀਜ਼ ਉਹਨੂੰ ਦਿਖਾਈ ਦਿੱਤੀ ਤਾਂ ਕੇਵਲ ਇੱਕੋ ਹੀ, ਜਿਹਦੀ ਤਪਸ਼ ਪ੍ਰਕਾਸ਼ ਦੇ ਅੰਗ 'ਚੋਂ ਗਲ 'ਚ ਉਰਵਸ਼ੀ ਨੂੰ ਮਹਿਸੂਸ ਹੁੰਦੀ ਸੀ, ਵਾਸ਼ਨਾ ਤੇ ਕੇਵਲ ਵਾਸ਼ਨਾ। ਮੁਲਾਕਾਤ ਦੀਆਂ ਘੜੀਆਂ ਕਿਸ ਤਰ੍ਹਾਂ ਬੀਤੀਆਂ। ਇਸ ਮੌਕੇ ਲਈ ਪ੍ਰਭਾ ਦੇਵੀ ਨੇ ਜੋ ਕਾਰਨ ਕਹਿਣ ਜਾਂ ਕਿਸ ਤਰ੍ਹਾਂ ਦੀ ਬਣ ਕੇ ਪੇਸ਼ ਹੋਣ ਲਈ ਉਰਵਸ਼ੀ ਨੂੰ ਤਿਆਰ ਕੀਤਾ ਸੀ, ਉਰਵਸ਼ੀ ਉਸ ਸਾਂਗ ਨੂੰ ਭਰਨ ਲਈ
ਪੂਰਾ ਉਤਰੇ, ਜਿਹਦਾ ਫਲ ਰੂਪ ਪ੍ਰਕਾਸ਼ ਪੂਰੀ ਤਰ੍ਹਾਂ ਉਸ ਉੱਤੇ ਰੀਝ ਗਿਆ। ਫੈਸ਼ਨ ਦੀ ਲੱਟ ਲੱਟ ਵੱਜਦੀ ਹੋਈ ਇਹੋ ਜਿਹੀ ਸ਼ਮਾ ਲਈ ਉਹ ਪਰਵਾਨਾ ਬਣਨ ਦੇ ਸੁੱਖ ਵਾਲੇ ਸੁਪਨੇ ਲੈਂਦਾ ਰਿਹਾ। ਨਿਰਸੰਦੇਹ ਉਰਵਸ਼ੀ ਉਹਨੂੰ ਉਹੀ ਸ਼ਮਾ ਨਜ਼ਰ ਆਈ। ਉੱਧਰ ਜੱਗੇ ਦੀ ਕਾਰਸਤਾਨੀ ਤੇ ਇੱਧਰੋਂ ਮਿਸ਼ਰਾਣੀ ਦੀ ਚਤਰਾਈ ਨੇ ਛੇਤੀ ਇਹ ਸਾਕਾਦਾਰੀ ਦਾ ਮਾਮਲਾ ਨੇਪਰੇ ਚਾੜ ਦਿੱਤਾ। ਝਗੜੇ ਝਾਂਜੇ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਕੇਵਲ ਮੁੰਡੇ ਕੁੜੀ ਦਾ ਇੱਕ ਦੂਜੇ ਨੂੰ ਜ਼ਰਾ ਹੋਰ ਸਮਝਣ ਦੀ ਤੇ ਜਾਣਨ ਦਾ ਸਵਾਲ ਸੀ। ਇਸ ਲਈ ਉੱਪਰੋਂ ਥੱਲੇ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਸੀ। ਉਸ ਰਾਤ ਜਦ ਹਮਰਾਈ ਫਿਲਮ ਵੇਖਣ ਤੋਂ ਬਾਅਦ ਇਹ ਤਿੰਨੋਂ ਵਾਪਸ ਮੁੜੇ ਤੇ ਬੂਹੇ ਅੱਗੇ ਹੀ ਉਹਨਾਂ ਨਾਲ ਮਦਨ ਦਾ ਮੇਲ ਹੋਇਆ ਤਾਂ ਇਸ ਚੱਲਦੇ ਪ੍ਰਵਾਹ 'ਚ ਜਿਵੇਂ ਕੋਈ ਛੋਟਾ ਜਿਹਾ ਡੱਕਾ ਆ ਗਿਆ ਹੋਵੇ। ਪ੍ਰਕਾਸ਼ ਨੂੰ ਇਹ ਤਾਂ ਪਤਾ ਸੀ ਕਿ ਮਦਨ ਕੁਝ ਦਿਨਾਂ ਤੋਂ ਉਰਵਸ਼ੀ ਦੇ ਮਕਾਨ 'ਚ ਹੀ ਰਹਿ ਰਿਹਾ ਹੈ, ਪਰ ਮਿਸ਼ਰਾਣੀ ਪਾਸੋਂ ਜਦ ਉਹਨੂੰ ਇਹ ਪਤਾ ਲੱਗਾ ਕਿ ਅੱਜ ਕੱਲ੍ਹ ਉਰਵਸ਼ੀ ਦਾ ਉਸਤਾਦ ਹੀ ਬਣਿਆ ਹੋਇਆ ਹੈ ਤਾਂ ਕਿਸੇ ਚਿੰਤਾ ਨੇ ਉਹਨੂੰ ਘੇਰ ਲਿਆ। ਕਿਸ ਤਰ੍ਹਾਂ ਮਦਨ ਨੂੰ ਰਸਤੇ 'ਚੋਂ ਹਟਾਇਆ ਜਾਵੇ। ਇਸ ਇੱਕੋ ਵਿਸ਼ੇ ਉੱਤੇ ਦੋਵੇਂ ਪ੍ਰਭਾ ਦੇਵੀ ਤੇ ਪ੍ਰਕਾਸ਼ ਸੋਚਦੇ ਹੋਏ ਪੌੜੀਆਂ ਚੜ੍ਹੇ। ਜਦ ਪ੍ਰਕਾਸ਼ ਉਹਨਾਂ ਦੇ ਘਰ ਇੱਕ ਅੱਧਾ ਘੰਟਾ ਠਹਿਰਨ ਤੋਂ ਬਾਅਦ ਆਪਣੀ ਕਾਰ ਚਲਾਉਂਦਾ ਹੋਇਆ ਵਾਪਸ ਚਲਾ ਗਿਆ ਤਾਂ ਉਰਵਸ਼ੀ ਨੂੰ ਸੰਖੇਪ ਰੂਪ 'ਚ ਨਾਪੇ ਤੋਲੇ ਸ਼ਬਦਾਂ ਵਿੱਚ ਮਾਂ ਨੂੰ ਕਹਿ ਦਿੱਤਾ, ਮਾਤਾ ਜੀ ਮੈਂ ਇੱਥੇ ਨਹੀਂ ਜੇ ਵਿਆਹ ਕਰਨਾ, ਭਾਵੇਂ ਸੂਰਜ ਇੱਧਰੋਂ ਉੱਧਰ ਚੜ ਜਾਏ। ਪ੍ਰਭਾ ਦੇਵੀ ਦੀਆਂ ਉਮੀਦਾਂ ਦੀ ਉਗਦੀ ਖੇਤੀ ਨੂੰ ਜਿਵੇਂ ਟਿੱਡੀ ਦਲ ਚੱਟ ਗਿਆ। ਉਰਵਸ਼ੀ ਲਈ ਜਿਸ ਉਚੇਰੇ ਭਵਿੱਖ ਦੀ ਰਚਨਾ ਕਰਾਉਣ ਵਿੱਚ ਉਹਨੇ ਸਾਲਾਂ ਬੱਧੀ ਉਡੀਕ ਤੇ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਸੁਨਹਿਰੀ ਮੌਕਾ ਲੱਭਾ ਸੀ, ਉਰਵਸ਼ੀ ਦੀ ਇੱਕੋ ਨਾਂ ਨੇ ਸਭ ਕੁਝ ਖਤਮ ਕਰ ਦਿੱਤਾ। ਜਵਾਨ ਧੀ ਉੱਤੇ ਉਹ ਜ਼ਬਰ ਨਹੀਂ ਕਰ ਸਕਦੀ ਸੀ। ਸਿੱਖਿਆ ਕੋਈ ਉਹਦੀ ਕਾਮਯਾਬ ਨਹੀਂ ਸੀ ਹੋ ਰਹੀ। ਹੁਣ ਜੇ ਉਸ ਪਾਸ ਕੋਈ ਛਿੱਕਲਾ ਇਲਾਜ ਸੀ ਤਾਂ ਇਹ ਸੀ ਮਰਨ ਦੀ ਧਮਕੀ, ਤੇ ਇਸ ਵਿੱਚ ਉਹਨੂੰ ਕਾਮਯਾਬੀ ਹੋਈ। ਜਿਉਂ ਹੀ ਉਰਵਸ਼ੀ ਨੇ ਵੇਖਿਆ ਕਿ ਉਹਦੀ ਮਾਂ ਜਾਨ ਉੱਤੇ ਖੇਡ ਜਾਣ ਲਈ ਤਿਆਰ ਹੋ ਗਈ ਹੈ ਤਾਂ ਉਹਨੇ ਸਾਡੇ ਹਥਿਆਰ ਮਾਂ ਦੇ ਪੈਰਾਂ ਵਿੱਚ ਸੁੱਟ ਦਿੱਤੇ। ਇੱਕ ਛੋਟੇ ਜਿਹੇ ਤੋਂ ਤੇ ਇਹ ਹਥਿਆਰ ਕੀ ਸੀ? ਉਰਵਸ਼ੀ ਦੀ ਇੱਕੋ ਹੀ ਸ਼ਰਤ ਕਿ ਮਦਨ ਲਾਲ ਮਿਲਣ ਦੀ ਉਹਨੂੰ ਖੁੱਲ੍ਹ ਦੇਣ ਤੇ ਪ੍ਰਭਾ ਦੇਵੀ ਦਾ ਇਹ ਮਤਲਬ ਨਹੀਂ ਸੀ ਕਿ ਉਰਵਸ਼ੀ ਮਦਨ ਦਾ ਡੇਰਾ ਆਪਣੇ ਘਰ ਲਾ ਕੇ ਰੱਖੇ। ਸੋ ਉਰਵਸ਼ੀ ਨੂੰ ਇਹ ਸੁਣ ਕੇ ਇਹ ਖੁੱਲ੍ਹ ਦੇਣ ਤੇ ਪ੍ਰਭਾ ਦੇਵੀ ਗਾਫਲ ਨਹੀਂ ਰਹੀ। ਹਰ ਵੇਲੇ ਉਹਦੀ ਨਜ਼ਰ ਉਰਵਸ਼ੀ ਤੇ ਰਹਿੰਦੀ ਤੇ ਜਦ ਕਦੀ ਉਹਨੂੰ ਕਿਤੇ ਬਾਹਰ ਜਾਣਾ ਪੈਂਦਾ ਤਾਂ ਆਪਣੇ ਕੰਮ ਦੀ ਜ਼ਿੰਮੇਵਾਰੀ ਮਿਸ਼ਰਾਣੀ ਨੂੰ ਸੌਂਪ ਜਾਂਦੀ। ਮਦਨ ਜਿਸ ਦਿਨ ਉਹਦੇ ਮਕਾਨ ਤੇ ਆ ਰਿਹਾ ਸੀ ਉਸੇ ਰਾਤ ਪ੍ਰਭਾ ਦੇਵੀ ਨੇ ਉਰਵਸ਼ੀ ਦੀ ਇੱਕ ਹੋਰ ਚੋਰੀ ਫੜ ਲਈ। ਮਿਸ਼ਰਾਣੀ ਨੇ ਉਹਨੂੰ ਜਾ ਕੇ ਦੱਸਿਆ ਕਿ ਜਿਸ ਵੇਲੇ ਮਦਨ ਤੇ ਉਰਵਸ਼ੀ ਹੇਠਾਂ ਕਮਰੇ 'ਚ ਬੈਠੇ ਗੱਲਾਂ ਕਰ ਰਹੇ ਸਨ, ਇਹ ਤੋਂ ਬਾਅਦ ਜਦ ਪ੍ਰਭਾ ਦੇਵੀ ਦੇ ਆਵਾਜ਼ ਤੇ ਉਰਵਸ਼ੀ ਉਹਦੇ ਸਾਹਮਣੇ ਆਈ ਤਾਂ ਮਾਂ ਨੇ ਧੀ ਦੇ ਚਿਹਰੇ ਉੱਤੋਂ ਪਿਆਰ ਮੁਹੱਬਤ ਦੇ ਮਜ਼ਮੂਨ ਦਾ ਕੁਝ ਬੋਲ ਕਬੂਲ ਹੋ ਜਾਂਦਾ, ਪਰ ਮਾਮਲਾ ਛੇਤੀ ਠੰਡਾ ਪੈ ਗਿਆ ਜਦ ਪ੍ਰਭਾ ਦੇਵੀ ਨੇ ਉਰਵਸ਼ੀ ਦੀ ਅੱਖਾਂ 'ਚ ਕੋਈ ਉਹ ਚੀਜ਼ ਵੇਖੀ ਜਿਹੜੀ ਕਿਸੇ ਨੂੰ ਮੌਤ ਨੂੰ ਜੱਫੀ ਪਾਉਣ ਲਈ ਉਕਸਾਉਂਦੀ ਹੈ। ਇਹ ਸਭ ਕੁਝ ਲਹੂ ਦੇ ਵਾਂਗ ਪੀ ਗਈ। ਧੰਨਵਾਦ।